स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। मैं हरप्रीत सिंह। ਤੁਸੀਂ ਵੇਖ ਰਹੇ ਹੋ ਕਿ ईआई ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ ਇੱਕ ਅਹਿਮ ਖਬਰ ਇੱਕ ਅਹਿਮ ਮੁੱਦੇ ਤੇ ਚਰਚਾ ਲੈ ਕੇ ਹਾਜ਼ਰ ਹੋਏ ਆ, ਜਿੱਥੇ ਪੂਰੇ ਮੁਲਕ ਦੀਆਂ ਨਜ਼ਰਾਂ ਕਿਸਾਨੀ ਸੰਘਰਸ਼ ਕਿਸਾਨੀ ਅੰਦੋਲਨ ਤੇ ਲੱਗੀਆਂ ਹੋਈਆਂ ਨੇ। ਉੱਥੇ ਹੀ ਪੰਜਾਬ ਦੇ ਵਿੱਚ ਕੁਝ ਹੋਰ ਵੀ ਚੱਲ ਰਿਹਾ। ਸਥਾਨਕ ਚੋਣਾਂ ਨੂੰ ਲੈ ਕੇ, ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਅੱਜ ਮਾਹੌਲ ਕਾਫੀ ਗਰਮਾ ਗਿਆ। ਵੈਸੇ ਤਾਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਹੀ ਇਹ ਖਬਰਾਂ ਚੱਲ ਰਹੀਆਂ ਸੀ ਕਿ ਸੱਤਾਧਾਰੀ ਧਿਰ ਤੇ ਦੋਵੇਂ ਵਿਰੋਧੀ ਪਾਰਟੀਆਂ, ਭਾਵੇਂ ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ ਹੋਵੇ, ਇਲਜ਼ਾਮ ਲਗਾਤਾਰ ਲਗਾਉਂਦੇ ਆਏ ਕਿ ਸਾਡੇ ਬੰਦਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਮੀਦਵਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਨਾਮਜ਼ਦਗੀਆਂ ਭਰਨ ਨਹੀਂ ਦਿੱਤੀਆਂ ਜਾ ਰਹੀਆਂ, ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾ। ਅੱਜ ਹੱਦ ਤਾਂ ਉਦੋਂ ਹੋ ਗਈ ਜਦੋਂ ਜਲਾਲਾਬਾਦ ਦੇ ਵਿੱਚ ਇੱਕ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਜਿਸ ਨੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਪੰਜਾਬ ਕਿਹੜੇ ਹਾਲਾਤਾਂ ਵੱਲ ਚੱਲ ਰਿਹਾ। ਜਦੋਂ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚੇ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡੇ ਉਮੀਦਵਾਰਾਂ ਨੂੰ ਕੁਝ ਸਮਾਂ ਇੰਤਜ਼ਾਰ ਕਰਾਇਆ ਗਿਆ ਪਹਿਲਾਂ, ਫਿਰ ਇਨ ਦੀ ਐਂਡ ਜਦੋਂ ਆਇਆ ਉਦੋਂ ਉਹਨਾਂ ਨੂੰ ਪਰਚੇ ਨਹੀਂ ਭਰਨ ਦਿੱਤੇ ਗਏ, ਇਸ ਲਈ ਉਹ ਖੁਦ ਉੱਥੇ ਗਏ। ਮਾਹੌਲ ਕਾਫੀ ਤਲਖ ਹੋ ਗਿਆ। ਉੱਥੇ ਰੋੜੇ ਇੱਟਾਂ ਚਲਾਏ ਗਏ, ਇੱਥੋਂ ਤੱਕ ਕਿ ਗੋਲੀਆਂ ਵੀ ਚਲੀਆਂ, ਕੁਝ ਲੋਕ ਜ਼ਖਮੀ ਵੀ ਹੋਏ। ਅਜਿਹੇ ਹਾਲਾਤ ਬਣੇ ਕਿਉਂ, ਇਹ ਸਮਝਣਾ ਬੜਾ ਜ਼ਰੂਰੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਲਗਾਤਾਰ ਇਲਜ਼ਾਮ ਲਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵੀ ਕੁਝ ਦ੍ਰਿਸ਼ ਸਾਹਮਣੇ ਆਏ ਜਿਸ ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਉਹਨਾਂ ਦੇ ਕੈਂਡੀਡੇਟ ਦੇ ਪੇਪਰ ਖੋਹ ਕੇ ਫਾੜ ਦਿੱਤੇ ਗਏ। ਸੱਤਾਧਾਰੀ ਧਿਰ ਕਹਿੰਦੇ ਨੇ ਕਿ ਇੰਨੀ ਡਰ ਗਈ ਹੈ ਕਿ ਉਹਨਾਂ ਨੇ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਹੀ ਫਾੜ ਦਿੱਤੇ ਕਿ ਨਾਮਜ਼ਦਗੀ ਕੋਈ ਭਰੇ ਹੀ ਨਾ। ਸਭ ਤੋਂ ਪਹਿਲਾਂ ਕੋਈ ਤਸਵੀਰਾਂ ਦਿਖਾਉਂਦੇ ਹਾਂ, ਫਿਰ ਆਪਾਂ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਜਲਾਲਾਬਾਦ ਦੀਆਂ ਕੋਈ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ, ਜਿੱਥੇ ਅੱਜ ਮਾਹੌਲ ਜਿਹੜਾ ਕਾਫੀ ਤਲਖ ਹੋ ਗਿਆ। ਇੱਟਾਂ ਰੋੜੇ ਖੂਬ ਚੱਲੇ, ਲਾਠੀ ਚਾਰਜ ਵੀ ਹੋਇਆ, ਗੋਲੀ ਤੱਕ ਚਲਾਈ ਗਈ। ਇਹ ਤਸਵੀਰਾਂ ਦਿਖਾਉਂਦੇ ਤੁਹਾਨੂੰ। ਆਮਲੇ ਦੇ ਜਿਹੜਾ ਬੇਟਾ ਹੈ ਤੇ ਆਮਲਾ ਆਪ, ਉਹਨਾਂ ਨੇ ਆਪ ਆ ਕੇ ਹਮਲਾ ਕੀਤਾ, ਆਪ ਪਿਸਤੌਲ ਨਾਲ ਗੋਲੀ ਚਲਾਈ। ਤੁਸੀਂ ਦੇਖ ਲਓ, ਇੱਕ ਆਪਣਾ ਬਹਾਦਰ ਸੂਰਮਾ ਤੁਹਾਡੇ ਸਾਹਮਣੇ ਖੜਾ ਹੈ, ਇਹਦੀ ਬਾਂਹ ਚੋਂ ਗੋਲੀ ਵੱਜੀ ਤੇ ਦੂਜੇ ਪਾਸੇ ਨਿਕਲ ਗਈ। ਇੱਕ ਦੀ ਪਿੱਠ 'ਚ ਵੱਜੀ ਹੈ, ਉਹ ਸੀਰੀਅਸ ਹੈ ਵਿਚਾਰਾ। ਉਹ ਫਰੀਦਕੋਟ ਮੈਡੀਕਲ ਉੱਥੇ ਕਾਲਜ 'ਚ ਹੈ। ਦੋ ਬੰਦੇ ਰੈਫਰ ਹੋਏ ਸੀ, ਇੱਕ ਉੱਥੇ 2 ਰੈਫਰ ਹੋਏ ਆ, ਇੱਕ ਤੀਜਾ ਹੈ ਜਿਹਦੇ ਪਿੱਠ 'ਚ ਖੋਲ ਮਾਰੀ ਗੋਲੀ। ਸੋ ਆ ਦੇਖੋ ਕਿ ਕਿਵੇਂ ਗੁੰਡਾਗਰਦੀ ਇਹਨਾਂ ਨੇ ਕੀਤੀ। ਆਪ ਅੱਗੇ ਲੈ ਕੇ ਮੈਂ ਹੈਰਾਨ ਹਾਂ। ਐਮਐਲਏ ਆਪ ਤੇ ਇਹਦਾ ਬੇਟਾ ਪਤਾ ਨਹੀਂ 18 ਸਾਲ ਦਾ, ਪਤਾ ਨਹੀਂ 21 ਸਾਲ ਦਾ ਹੈ। ਐਡੀ ਛੋਟੀ ਉਮਰ 'ਚ ਬਦਮਾਸ਼ੀ ਸਿਖਾਉਣਾ ਆਪਣੇ ਬੱਚਿਆਂ ਨੂੰ। ਉਹ ਸੋਚਦੇ ਆ ਕਿ ਹੁਣ ਸਰਕਾਰ ਸਾਡੀ ਬਣ ਗਈ ਤੇ ਹੁਣ ਪੁਲਿਸ ਸਾਡੇ ਨਾਲ ਹੈ। ਆ 7 ਮਹੀਨੇ 8 ਮਹੀਨੇ ਟੱਪ ਜਾਣਗੇ ਮਿੰਟਾਂ 'ਚ, ਕਿੱਧਰ ਜਾਣਗੇ ਭੱਜ ਕੇ। ਸਾਫ਼ ਦਵਾਵਾਂਗੇ, ਲੋਕਾਂ ਨੂੰ ਇਨਸਾਫ ਮਿਲੂਗਾ। ਹੁਣ ਕਹਿ ਰਹੇ ਹੈ ਕਿ ਅਕਾਲੀ ਦਲ ਦੇ ਵਰਕਰਾਂ ਦੇ ਕ੍ਰਾਸ ਕੇਸ ਕਰਾ ਲਓ, ਜਿੰਨੇ ਮਰਜ਼ੀ, ਬਾਅਦ 'ਚ ਕਿੱਧਰ ਜਾਓਗੇ ਤੁਸੀਂ। ਸੋ ਇਹ ਤਸਵੀਰਾਂ ਜਲਾਲਾਬਾਦ ਦੇ ਵਿੱਚ ਦੇਖਣ ਨੂੰ ਮਿਲੀਆਂ। ਮਾਹੌਲ ਕਾਫੀ ਤਲਖ ਹੋ ਗਿਆ, ਮਾਹੌਲ ਤਲਖੀ ਵਾਲਾ ਰਿਹਾ। ਧਰਨਾ ਪ੍ਰਦਰਸ਼ਨ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਦਿੱਤਾ ਗਿਆ। ਕੁਝ ਹੋਰ ਤਸਵੀਰਾਂ ਤੁਹਾਨੂੰ ਦਿਖਾਣੇ ਆ। ਗੁਰੂ ਹਰਸਹਾਏ ਤੇ ਭਿੱਖੀਵਿੰਡ ਦੀਆਂ ਆਮ ਆਦਮੀ ਪਾਰਟੀ ਨੇ ਸਿੱਧੇ ਸਰਕਾਰ ਤੇ ਇਲਜ਼ਾਮ ਲਾਏ ਨੇ ਕਿ ਸਾਡੇ ਉਮੀਦਵਾਰਾਂ ਨੂੰ ਪਰਚੇ ਨਹੀਂ ਭਰਨ ਦਿੱਤੇ ਜਾਏ। ਗੁਰੂ ਹਰਸਹਾਏ ਦੇ ਵਿੱਚ ਵੀ, ਭਿੱਖੀਵਿੰਡ ਦੇ ਵਿੱਚ ਵੀ। ਭਿੱਖੀਵਿੰਡ ਦੇ ਵਿੱਚ ਤਾਂ ਹੱਦ ਉਦੋਂ ਹੋ ਗਈ ਜਦੋਂ ਉਮੀਦਵਾਰ ਪਰਚਾ ਭਰਨ ਆਇਆ ਤਾਂ ਉਹਦੇ ਪਿੱਛੇ ਜੋ ਇਲਜ਼ਾਮ ਲਾਏ ਜਾ ਰਹੇ ਨੇ ਕਿ ਕਾਂਗਰਸੀ ਆਗੂ ਪੈ ਗਏ, ਤਾਂ ਉਹਨਾਂ ਨੇ ਉਹਦੇ ਨਾਮਜ਼ਦਗੀ ਪੱਤਰ ਫੜ ਕੇ ਫਾੜ ਦਿੱਤੇ, ਉਹਦੀ ਦਸਤਾਰ ਵੀ ਉਤਾਰ ਦਿੱਤੀ। ਉਹਦਾ ਪਿੱਛਾ ਕਰਦੇ ਘੁਰਦੇ ਹੋਏ ਬੱਸ ਸਟੈਂਡ ਤੱਕ ਜਾ ਪਹੁੰਚੇ ਤਾਂ ਜੋ ਉਸ ਨੂੰ ਪਕੜ ਕੇ ਉਸਦੇ ਨਾਮਜ਼ਦਗੀ ਪੱਤਰ ਨੇ ਜਿਹੜੇ ਉਹ ਫਾੜ ਦਿੱਤੇ ਜਾਣ, ਉਹ ਨਾਮਜ਼ਦਗੀ ਭਰੇ ਹੀ ਨਾ, ਕੰਪੀਟੀਸ਼ਨ ਕੋਈ ਰਵੇ ਹੀ ਨਾ। ਅਜਿਹੇ ਹਾਲਾਤ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ। ਉਹ ਵੀ ਉਦੋਂ ਜਦੋਂ ਪਤਾ ਹੈ ਕਿ ਸਾਰਾ ਧਿਆਨ, ਸਾਰਾ ਫੋਕਸ ਜਿਹੜਾ ਹੈ ਉਹ ਦਿੱਲੀ ਲੱਗਿਆ ਹੋਇਆ, ਕਿਸਾਨੀ ਅੰਦੋਲਨ ਦੇ ਵਿੱਚ ਲੱਗਿਆ ਹੋਇਆ। ਅਜਿਹੇ ਦੇ ਵਿੱਚ ਅਸੀਂ ਇਦਾਂ ਦਾ ਮਾਹੌਲ ਕ੍ਰੀਏਟ ਕਰਕੇ ਕੀ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਨਹੀਂ ਕਰਕੇ, ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਇਹ ਵੀ ਤੁਹਾਨੂੰ ਦਿਖਾ ਰਹੇ ਹਾਂ।
ਸੋ ਇਹ ਦੋ ਤਸਵੀਰਾਂ ਤੁਸੀਂ ਦੇਖੀਆਂ ਸੀਗੀਆਂ ਭਿੱਖੀਵਿੰਡ ਦੀਆਂ ਵੀ ਤੇ ਨਾਲ ਹੀ ਤੁਹਾਨੂੰ ਗੁਰੂ ਹਰਸਹਾਏ ਦੀਆਂ ਵੀ ਦਿਖਾਈਆਂ ਸੀਗੀਆਂ, ਜਿੱਥੇ ਆਮ ਆਦਮੀ ਪਾਰਟੀ ਨੇ ਵੀ ਇਲਜ਼ਾਮ ਲਾਇਆ। ਅੱਜ ਆਲ ਪਾਰਟੀ ਮੀਟਿੰਗ ਵੀ ਹੋਈ। ਇਸ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜ਼ਰੂਰ ਦੇਖਾਂਗੇ ਗੰਭੀਰਤਾ ਨਾਲ, ਪਤਾ ਨਹੀਂ ਹੁਣ ਲੈਣਗੇ ਕਿ ਨਹੀਂ ਲੈਣਗੇ। ਔਰ ਆਲ ਪਾਰਟੀ ਮੀਟਿੰਗ ਸੱਦੀ ਗਈ ਸੀ ਕਿਸਾਨੀ ਅੰਦੋਲਨ ਨੂੰ ਲੈ ਕੇ ਕਿ ਹੁਣ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਵੀ ਇਸ ਮੀਟਿੰਗ ਦਾ ਹਿੱਸਾ ਬਣੀ, ਪਰ ਉਹ ਵਾਕਆਊਟ ਕਰਕੇ ਬਾਹਰ ਵੀ ਆ ਗਏ। ਇਸ ਮੁੱਦੇ ਤੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ, ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਮੁੱਦੇ ਤੇ ਮਿਲੇ ਹੋ। ਹੁਣ ਜਿਹੜੀਆਂ ਇਹ ਤਸਵੀਰਾਂ ਆ ਰਹੀਆਂ ਨੇ, ਤਸਵੀਰਾਂ ਵਾਕਈ ਡਰਾਉਣ ਵਾਲੀਆਂ ਨੇ, ਹੈਰਾਨ ਕਰਨ ਵਾਲੀਆਂ ਨੇ। Z+ ਸਿਕਿਉਰਿਟੀ ਜਿਹੜੇ ਨੇਤਾ ਨੂੰ ਮਿਲੀ ਹੋਵੇ, ਲੀਡਰ ਨੂੰ ਮਿਲੀ ਹੋਵੇ, ਉਹਦੀ ਗੱਡੀ ਦੀ ਭੰਨਤੋੜ ਹੋ ਜਾਏ, ਫਿਰ ਆਮ ਲੋਕਾਂ ਦਾ ਤੇਰਾਬ ਵੀ ਰੱਖ ਹੈ। ਦੇਖੋ ਗੱਲ ਇਹ ਹਰਪ੍ਰੀਤ ਜੀ ਕਿ ਇੰਨੇ ਖਤਰਨਾਕ ਹਾਲਾਤ ਨੇ ਇਸ ਵੇਲੇ ਇਲੈਕਸ਼ਨ ਦੇ। ਅਸੀਂ ਇਲੈਕਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਟੇਟ ਇਲੈਕਸ਼ਨ ਕਮਿਸ਼ਨਰ ਕੋਲ ਜਾ ਕੇ ਇਹ ਰਿਕੁਐਸਟ ਕਰ ਦਿੱਤੀ ਸੀ ਕਿ ਪੁਰਾਣਾ ਜਿਹੜਾ ਇਲੈਕਸ਼ਨ ਦਾ ਰਿਕਾਰਡ ਹੈ ਬਹੁਤ ਮਾੜਾ। ਪਿਛਲੀ ਵਾਰੀ ਬਾਘਾ ਪੁਰਾਣਾ ਦੇ ਵਿੱਚ, ਮਖੂ ਦੇ ਵਿੱਚ, ਜੀਰਾ ਦੇ ਵਿੱਚ, ਵਲਟੋਹਾ ਦੇ ਵਿੱਚ, ਘਨੌਰ ਦੇ ਵਿੱਚ ਲੋਕਾਂ ਕੋਲੋਂ ਪਰਚੇ ਜਿਹੜੇ ਆ ਖੋਲ੍ਹੇ ਗਏ ਸੀ। ਤੇ ਇਸ ਕਰਕੇ ਇਸ ਵਾਰੀ ਵੀ ਸਾਨੂੰ ਲੱਗਦਾ ਕਿ ਕਿਉਂਕਿ ਕਾਂਗਰਸ ਸਰਕਾਰ ਦੀ ਹਾਲਤ ਉਸ ਤੋਂ ਮਾੜੀ ਆ, ਇਹ ਫਰਸਟ੍ਰੇਸ਼ਨ ਦੇ ਵਿੱਚ ਆ ਪਾਰਟੀ, ਤੇ ਇਹਨਾਂ ਨੇ ਉਸ ਤੋਂ ਵੱਧ ਜਿਹੜੀ ਗੁੰਡਾਗਰਦੀ ਹੈ ਇਸ ਵਾਰੀ ਕਰਨੀ ਹੈ। ਪਰ ਇਹਦਾ ਸ਼ਿਖਰ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਿਹੜੇ ਕੱਲ ਜਦੋਂ ਕੁਝ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਸੀ ਕਰਨ ਦਿੱਤੇ ਗਏ ਜੀ, ਤੇ ਅੱਜ ਉਹ ਆਪ ਟਾਈਮ ਲੈ ਕੇ ਐਸਟੀਐਮ ਕੋਲੋਂ ਕੈਂਡੀਡੇਟਾਂ ਨੂੰ ਨਾਲ ਲੈ ਕੇ ਗਏ। ਤੇ ਤੁਹਾਡੇ ਸਾਹਮਣੇ ਆ ਕਿ ਉੱਥੇ ਕਿੰਨੀ ਵੱਡੀ ਗੁੰਡਾਗਰਦੀ ਜਿਹੜੀ ਹੈ, ਕਾਂਗਰਸ ਦੇ ਸਥਾਨਕ ਐਮਐਲਏ ਨੇ, ਨਾਲ ਉਹਦਾ ਬੇਟਾ ਔਰ ਨਾਲ ਸੈਂਕੜੇ ਉਹਦੇ ਵਰਕਰ, ਕਿ ਜੇ Z+ ਸਿਕਿਉਰਿਟੀ ਵਾਲੀ ਗੱਡੀ ਜਿਹੜੀ ਬੁਲਟ ਪ੍ਰੂਫ ਨਾ ਹੋਵੇ ਤੇ ਤੁਸੀਂ ਹਿਸਾਬ ਲਾਓ ਕਿ ਉੱਥੇ ਕੀ ਕੁਝ ਭਾਣਾ ਵਾਪਰ ਸਕਦਾ ਸੀ। ਸਿੱਧੀਆਂ ਗੋਲੀਆਂ ਚੱਲੀਆਂ, 3 ਸਾਡੇ ਵਰਕਰ ਇੰਜਰਡ ਹੋਏ, ਸੀਰੀਅਸਲੀ ਇੰਜਰਡ ਹੋਏ। ਇਸ ਤੋਂ ਵੱਧ ਲਾਲੈਸਨੈਸ ਕੀ ਹੋ ਸਕਦੀ ਹੈ ਕਿ ਪੁਲਿਸ ਉੱਥੇ ਖੜੀ ਹੋਵੇ ਤੇ ਕਿਸੇ ਨੂੰ ਪੁਲਿਸ ਦਾ ਡਰ ਨਾ ਹੋਵੇ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰੈਜ਼ੈਂਸ ਦੇ ਵਿੱਚ ਏਡੀ ਵੱਡੀ ਗੁੰਡਾਗਰਦੀ ਹੋ ਸਕਦੀ ਹੈ ਜੀ, ਤੇ ਤੁਸੀਂ ਇਹ ਲਾਓ ਕਿ ਜਿੱਥੇ ਸਧਾਰਨ ਲੀਡਰ ਨੇ, ਸਧਾਰਨ ਵਰਕਰ ਨੇ, ਉਹਨਾਂ ਦਾ ਜਿਹੜੀ ਹੈਗੀ ਹੈ ਕਿਸ ਤਰੀਕੇ ਲੋਕਤੰਤਰੀ ਪਰੰਪਰਾ ਦੇ ਵਿੱਚ ਕਿਵੇਂ ਚੱਲ ਸਕਦੀ ਹੈ, ਉੱਥੇ ਉਹਨਾਂ ਦੀ ਕੀ ਹਾਲਤ ਹੋਊਗੀ। ਸਾਹਿਬ ਕਾਂਗਰਸ ਤੇ ਖਰੀ ਕਿ ਅਸੀਂ ਕਮਿਸ਼ਨ ਨੂੰ ਪਹਿਲਾਂ ਵੀ ਕਿਹਾ ਸੀ, ਅੱਜ ਵੀ ਕਹਿ ਕੇ ਆਏ। ਉਹ ਕਹਿੰਦੇ ਨੇ ਦੋ ਧਿਰਾਂ 'ਚ ਟਕਰਾਅ ਹੋਇਆ, ਪੈਰਾ ਮਿਲਟਰੀ ਫੋਰਸਸ ਤੋਂ ਬਿਨਾ ਇਲੈਕਸ਼ਨ ਫ੍ਰੀ ਐਂਡ ਫੇਅਰ ਨਹੀਂ ਹੋ ਸਕਦੀ। ਪਰ ਕਮਿਸ਼ਨ ਨੇ ਸਾਡੀ ਗੱਲ ਨੂੰ ਤਵੱਜੋ ਨਹੀਂ ਦਿੱਤੀ। ਅੱਜ ਹੁਣ ਅਸੀਂ ਪੁੱਛਿਆ ਵੀ ਕੀ ਦੱਸੋ ਕਿ ਜ਼ਿਲ੍ਹੇ ਦਾ ਐਸਐਸਪੀ ਰਹਿਣ ਦਾ ਹੱਕਦਾਰ ਹੈ, ਕੀ ਉੱਥੇ ਦਾ ਡੀਐਸਪੀ, ਉੱਥੇ ਦਾ ਡੀਐਸਪੀ ਲੱਗਣ ਦੇ ਹੱਕਦਾਰ ਹੈ, ਕੀ ਜਿਹੜੀ ਭਿੱਖੀਵਿੰਡ ਦੇ ਵਿੱਚ ਇਨਸੀਡੈਂਟ ਹੋਈ, ਅੱਜ ਭਿੱਖੀਵਿੰਡ ਦੇ ਜਿਹੜੇ ਪੁਲਿਸ ਅਫਸਰ ਨੇ ਉਹ ਜਵਾਬਦੇਹ ਨਹੀਂ ਹੈ। ਕੀ ਕਮਿਸ਼ਨ ਸਵੇਰ ਤੱਕ ਇਹਨਾਂ ਅਫਸਰਾਂ ਦੇ ਖਿਲਾਫ ਗੰਭੀਰਤਾ ਨਾਲ ਐਕਸ਼ਨ ਲਏਗਾ? ਕੀ ਐਸਟੀਐਮ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਆਪਣੀ ਤਹਿਸੀਲ ਦੇ ਕੰਪਲੈਕਸ ਦੇ ਵਿੱਚ ਉੱਥੇ ਮਾਹੌਲ ਇਹੋ ਜਿਹਾ ਰੱਖੇ ਕਿ ਕਿਸੇ ਨੂੰ ਜਿਹੜੇ ਆ ਇਸ ਤਰ੍ਹਾਂ ਰੋਕਣਾ ਨਾ ਪਵੇ? ਜਦੋਂ ਐਡੀ ਵੱਡੀ ਗਿਣਤੀ ਦੇ ਵਿੱਚ ਭੀੜਾਂ, ਲੋਕੀ ਬੇਸਬਾਲ ਲੈ ਕੇ, ਡਾਂਗਾ ਲੈ ਕੇ, ਗੋਲੀਆਂ, ਪਿਸਤੌਲ ਲੈ ਕੇ ਫਿਰਦੇ ਆ, ਤੇ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ? ਕਿਉਂਕਿ ਸਿੱਧੀਆਂ ਸਰਕਾਰ ਦੀਆਂ ਹਦਾਇਤਾਂ ਨੇ, ਐਮਐਲਏ ਸਿੱਧੇ ਤੌਰ ਤੇ ਉੱਤੇ ਸ਼ਾਮਲ ਨੇ, ਤੇ ਜਦੋਂ ਐਮਐਲਏ ਸ਼ਾਮਲ ਨੇ ਹੁਕਮਰਾਨ ਪਾਰਟੀ ਦੇ, ਤੇ ਇਹਦਾ ਮਤਲਬ ਹੈ ਕਿ ਸਰਕਾਰ ਸ਼ਾਮਲ ਹੈ। ਫਿਰ ਕਿਸ ਤਰ੍ਹਾਂ ਦੀ ਇਲੈਕਸ਼ਨ ਹੈ? ਠੀਕ ਹੈ ਮੈਂ 1 ਮਿੰਟ ਵਾਪਸ ਆਣਾ ਤੁਹਾਡੇ ਤੋਂ। ਮੈਂ 1 ਮਿੰਟ ਆਇਆ ਵਾਪਸ। ਦਿਨੇਸ਼ ਚੱਡਾ ਸਾਹਿਬ, ਆਮ ਆਦਮੀ ਪਾਰਟੀ ਵੀ ਲਗਾਤਾਰ ਇਲਜ਼ਾਮ ਲਾ ਰਹੀ ਹੈ, ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰਾਂ ਨਾਲ ਵੀ ਇਦਾਂ ਦੇ ਹਾਲਾਤ ਬਣੇ ਨੇ। 1 ਮਿੰਟ ਆਇਆ ਚੀਮਾ ਸਾਹਿਬ, ਪਰ ਤੁਹਾਨੂੰ ਲੱਗਦਾ ਹੈ ਕਿ ਸਥਾਨਕ ਚੋਣਾਂ ਦੇ ਵਿੱਚ ਅਕਸਰ ਹੀ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਅਕਸਰ ਹੀ ਅਜਿਹੇ ਝਗੜੇ ਹੁੰਦੇ ਰਹਿੰਦੇ ਨੇ, ਪਰ ਹਾਲਾਤ ਇੱਥੋਂ ਤੱਕ ਪਹੁੰਚ ਜਾਣ ਕਿ ਗੋਲੀ ਵੀ ਚੱਲ ਜੇ, ਬੰਦੇ ਇੰਜਰਡ ਵੀ ਹੋ ਜਾਣ, ਇਹ ਹਾਲਾਤ ਘੱਟੋ ਘੱਟ ਸਥਾਨਕ ਚੋਣਾਂ ਤੇ ਤਾਂ ਨਹੀਂ ਕਦੇ ਪਹਿਲਾਂ ਸੁਣਿਆ ਸੀਗਾ। ਇਹ ਹਾਲਾਤ ਇਵੇਂ ਦੇ ਬਣ ਕਿਉਂ ਗਏ ਨੇ? ਦੇਖੋ, ਇਹ ਬੜੀ ਹੈਰਾਨੀ ਦੀ ਔਰ ਦੁੱਖ ਦੀ ਗੱਲ ਹੈ ਕਿ ਅਸੀਂ ਲੋਕਤੰਤਰ ਤੋਂ ਗੁੰਡਾਤੰਤਰ ਵੱਲ ਨੂੰ ਜਾ ਰਹੇ ਹਾਂ। ਸਥਾਨਕ ਚੋਣਾਂ ਦੇ ਵਿੱਚ ਜੇਕਰ ਮੌਕੇ ਦੀਆਂ ਜਿਹੜੀਆਂ ਰੂਲਿੰਗ ਪਾਰਟੀਜ਼ ਹੈ, ਜੇਕਰ ਉਹਨੂੰ ਇੰਨੀ ਭੁੱਖ ਹੁੰਦੀ ਹੈ ਕਿ ਉਹਨਾਂ ਨੇ ਕਿਸੇ ਵੀ ਹੱਦ ਤੱਕ ਗੁੰਡਾਗਰਦੀ ਦੇ ਨਾਲ ਆਪਣੇ ਬੰਦੇ ਜਿਤਾਣੇ ਹੈ, ਫਿਰ ਉਹ ਇਲੈਕਸ਼ਨ ਜਿੱਤਣ ਦੀ ਗੱਲ ਨਹੀਂ, ਇਲੈਕਸ਼ਨ ਲੁੱਟਣ ਦੀ ਗੱਲ ਹੈ। ਜੇ ਇੰਨੀ ਹੀ ਆਪਣੇ ਬੰਦਿਆਂ ਨੂੰ, ਆਪਣੇ ਚਹੇਤਿਆਂ ਨੂੰ ਚੇਅਰਮੈਨੀਆਂ ਜਾਂ MC ਬਣਾਉਣ ਦਾ ਸ਼ੌਂਕ ਹੈ, ਤਾਂ ਜਿਵੇਂ ਹੋਰ ਚੀਜ਼ਾਂ, ਚਾਹੇ ਆਪਾਂ ਜਿਹੜਾ ਪਲਾਨਿੰਗ ਬੋਰਡ ਹੈ, ਚਾਹੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਹੈ, ਜਿਵੇਂ ਉਹਨਾਂ ਦੇ ਚੇਅਰਮੈਨ ਘਰੇ ਬੈਠ ਕੇ ਲਾ ਲੈਂਦੇ, ਫਿਰ ਤਾਂ ਇਹ ਵੀ ਚੇਅਰਮੈਨ ਘਰੇ ਬੈਠ ਕੇ ਲਾਉਣ ਦੀ ਕਸਰ ਰਹਿ ਗਈ, ਕਿਉਂਕਿ ਲੋਕਾਂ ਦਾ ਮਤ ਆਪਾਂ ਲੈਣਾ ਨਹੀਂ। ਜੇਕਰ ਜੋ ਚੱਲ ਰਿਹਾ ਉਹ ਤਾਂ ਗੁੰਡਾਗਰਦੀ ਦੇ ਨਾਲ MC ਜਾਂ ਚੇਅਰਮੈਨ ਜਾਂ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇੱਥੇ ਹੀ ਬਸ ਨਹੀਂ, ਇਸ ਜਿਹੜੀ
ਕਾਂਗਰਸ ਸਰਕਾਰ ਦੇ ਵਿੱਚ ਜੋ ਹਾਲ ਹੋ ਰਿਹਾ, ਇਹ ਤੋਂ ਪਹਿਲਾਂ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ, ਉਸ ਵੇਲੇ ਵੀ ਇਸੇ ਤਰ੍ਹਾਂ ਦਾ ਜੋ ਹਾਲ ਹੈ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਰਿਹਾ। ਸੋ ਮੇਰੀ ਤਾਂ ਦੋਨੋਂ ਪਾਰਟੀਆਂ ਜਿਹੜੀਆਂ ਹੁਣ ਸੱਤਾ ਦੇ ਵਿੱਚ ਹੈ ਜਾਂ ਇਸ ਤੋਂ ਪਹਿਲਾਂ ਸੱਤਾ ਦੇ ਵਿੱਚ ਰਹੀ ਹੈ, ਕੁੱਲ ਮਿਲਾ ਕੇ ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਜੋ ਕੁਝ ਪਹਿਲਾਂ ਹੁੰਦਾ ਰਿਹਾ ਜਾਂ ਜੋ ਕੁਝ ਹੁਣ ਹੋ ਰਿਹਾ, ਕੀ ਇਹ ਸਥਾਨਕ ਸਰਕਾਰਾਂ ਦੇ ਲਈ ਜਿਹਦੀਆਂ ਚੋਣਾਂ ਹੋ ਰਹੀਆਂ ਔਰ ਕੀ ਪੰਜਾਬ ਦੇ ਮਾਹੌਲ ਲਈ ਇਹ ਠੀਕ ਹੈ? ਕਿਆ ਸਾਨੂੰ ਇਸ ਪਾਸੇ ਵੱਲ ਚੱਲਣਾ ਚਾਹੀਦਾ? ਇਸ ਪਾਸੇ ਦੀ ਇਸ ਤਰ੍ਹਾਂ ਦੀ ਗੁੰਡਾਗਰਦੀ ਦੇ ਨਾਲ ਜੇ ਚੋਣਾਂ ਜਿੱਤ ਵੀ ਲਈਆਂ ਜਾਣ ਤਾਂ ਸੂਬੇ ਦਾ ਅਸੀਂ ਓਵਰਆਲ ਜਿਹੜਾ ਮਾਹੌਲ ਹੈ ਉਹ ਕਿੰਨਾ ਖਰਾਬ ਕਰ ਰਹੇ ਹਾਂ, ਖਾਸ ਤੌਰ ਤੇ ਉਦੋਂ ਜਦੋਂ ਦਿੱਲੀ ਦੇ ਵਿੱਚ ਪੰਜਾਬ ਦਾ ਕਿਸਾਨ, ਪੰਜਾਬ ਦਾ ਹਰ ਘਰ ਜਿਹੜਾ ਉਹ ਅੰਦੋਲਨ ਦੇ ਵਿੱਚ ਹੋਵੇ, ਦੁੱਖ ਦੀ ਘੜੀ ਦੇ ਵਿੱਚ ਹੋਵੇ। ਉੱਥੇ ਜਿਹੜੇ ਬੀਜੇਪੀ ਦੇ ਗੁੰਡੇ, ਉਹ ਅਸੀਂ ਸਾਰੇ ਵਰਲਡ ਦੇ ਵਿੱਚ ਇਸ ਗੱਲ ਦੀ ਨਿੰਦਾ ਅਸੀਂ ਕਰ ਰਹੇ ਹਾਂ ਕਿ ਬੀਜੇਪੀ ਦੇ ਗੁੰਡੇ ਕਿਸਾਨਾਂ ਦੇ ਉੱਪਰ ਹਮਲੇ ਕਰ ਰਹੇ ਨੇ। ਉੱਥੇ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਦੇ ਉੱਪਰ ਡਿਮਾਂਡ ਤੁਸੀਂ ਕਿਉਂ ਨਹੀਂ ਕਰਦੇ? ਫਿਰ ਇਲੈਕਸ਼ਨ ਪੋਸਟਪੋਨ ਕਰ ਦੇਣੀ ਚਾਹੀਦੀ ਹੈ। ਜੇ ਹਾਲਾਤ ਬਣੇ ਹੋਏ ਨੇ, ਤੁਹਾਡੀ ਪਾਰਟੀ ਕੰਟੈਸਟ ਕਰ ਰਹੀ ਹੈ, ਤੁਹਾਡੀ ਪਾਰਟੀ ਕਹਿ ਦੇਵੇ ਕਿ ਅਸੀਂ ਇਲੈਕਸ਼ਨ ਨਹੀਂ ਲੜਦੇ ਜੀ, ਅਸੀਂ ਬਾਈਕਾਟ ਕਰਦੇ ਹਾਂ ਕਿਉਂਕਿ ਅਸੀਂ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ ਹੋਏ ਹਾਂ, ਅਸੀਂ ਅੰਦੋਲਨ ਦੇ ਵਿੱਚ ਆਵਾਂਗੇ, ਫਿਰ ਤੁਸੀਂ ਕੰਟੈਸਟ ਕਿਉਂ ਕਰ ਰਹੇ ਹੋ? ਕਿਸਾਨੀ ਅੰਦੋਲਨ ਦਾ ਹਿੱਸਾ ਸਾਰਾ ਪੰਜਾਬ ਹੈ। ਇਲੈਕਸ਼ਨ ਜਿਹੜਾ ਡਿਕਲੇਅਰ ਕੀਤਾ ਮੌਕੇ ਦੀ ਸਰਕਾਰ ਨੇ ਕੀਤਾ। ਜਦੋਂ ਇਲੈਕਸ਼ਨ ਡਿਕਲੇਅਰ ਕਰ ਦਿੱਤਾ ਸਰਕਾਰ ਨੇ, ਤਾਂ ਜਿਹੜੇ ਵੋਟਰ ਨੇ, ਪੰਜਾਬ ਦੇ ਸ਼ਹਿਰਾਂ ਦੇ ਵੋਟਰ ਨੇ, ਉਹ ਫਿਰ ਇੱਕ ਧਿਰ ਲਈ ਇਲੈਕਸ਼ਨ ਨੂੰ ਛੱਡ ਨਹੀਂ ਸਕਦੇ। ਇਲੈਕਸ਼ਨ ਪੋਸਟਪੋਨ ਕਰਨੀ ਚਾਹੀਦੀ ਹੈ। ਉਹਨਾਂ ਦਾ ਜਿਹੜਾ ਇਹ ਡਿਮਾਂਡ ਤਾਂ ਕਰਨੀ ਚਾਹੀਦੀ ਸੀ ਕਿ ਪੋਸਟਪੋਨ ਕੀਤੇ ਜਾਣ, ਹਾਲਾਤ ਅਜੇ ਨਹੀਂ ਨੇ ਕਿ ਇਲੈਕਸ਼ਨ ਹੋਵੇ। ਪੰਜਾਬ ਦੇ ਲੋਕਾਂ ਦਾ ਹੱਕ ਬਣਦਾ, ਜਦੋਂ ਸ਼ਹਿਰਾਂ ਦੇ ਵੋਟਰਾਂ ਦਾ ਹੱਕ ਬਣਦਾ ਕਿ ਜਦੋਂ ਇਲੈਕਸ਼ਨ ਦਾ ਸਰਕਾਰ ਨੇ ਐਲਾਨ ਕਰ ਦਿੱਤਾ ਪੰਜਾਬ ਦੇ ਵਿੱਚ, ਤਾਂ ਫਿਰ ਉਹ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਗੇ। ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕੀਤੇ ਬਿਨਾ ਕਿਸੇ ਸੱਤਾਧਾਰੀ ਧਿਰ ਦੇ ਲਈ ਜਾਂ ਰੂਲਿੰਗ ਪਾਰਟੀ ਦੇ ਲਈ ਉਹ ਜਿਹੜਾ ਇਸ ਕਰਕੇ ਮੈਦਾਨ ਖਾਲੀ ਨਹੀਂ ਛੱਡ ਸਕਦੇ ਕਿ ਰੂਲਿੰਗ ਪਾਰਟੀ ਦੇ ਜਿਹੜੇ ਪਾਰਟੀ ਉਹ ਆਪਣੀ ਮਰਜ਼ੀ ਦੇ ਨਾਲ। ਚੱਡਾ ਸਾਹਿਬ, ਮਤਲਬ ਇਹ ਹੈ ਇਹ ਹਾਲਾਤ ਹੈ ਨੇ, ਇਹਨਾਂ ਹਾਲਾਤਾਂ ਦੇ ਵਿੱਚ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਤੇ ਕਈ ਇਸ ਤਰ੍ਹਾਂ ਦੇ ਲੋਕ ਗੰਭੀਰ ਇਲਜ਼ਾਮ ਲਾ ਰਹੇ ਨੇ ਕਿ ਸਰਕਾਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਲਈ ਕਰ ਰਹੀ ਹੈ। ਸਕੂਲ, ਕਾਲਜ, ਯੂਨੀਵਰਸਿਟੀਆਂ ਪਹਿਲਾਂ ਖੋਲੀਆਂ ਗਈਆਂ, ਹੁਣ ਇਲੈਕਸ਼ਨ ਕੀਤੀ ਗਈ ਦਾ ਅਨਾਉਂਸਮੈਂਟ ਕਰ ਦਿੱਤੀ ਕਿ ਜਿਹੜੇ ਲੋਕ ਉੱਥੇ ਬੈਠੇ ਨੇ, ਕਿਸੇ ਨਾ ਕਿਸੇ ਦੀ ਵੱਖ-ਵੱਖ ਪਾਰਟੀਆਂ ਦੇ ਨਾਲ ਸੇਕ ਤਾਂ ਹੈ ਹੀ ਹੈ, ਉਹ ਲੋਕ ਵਾਪਸ ਆਣਗੇ, ਸੰਘਰਸ਼ ਕਮਜ਼ੋਰ ਹੋਏਗਾ। ਇਹ ਐਲੀਗੇਸ਼ਨ ਪਾਰਟੀਆਂ ਵੱਖ-ਵੱਖ ਲਾਉਂਦੀਆਂ ਰਹੀਆਂ ਨੇ। ਦੇਖੋ, ਲੋਕਾਂ ਦੇ ਵਿੱਚ ਜਿਹੜਾ ਸਰਕਾਰ ਦੇ ਪ੍ਰਤੀ ਇਹ ਐਲੀਗੇਸ਼ਨ ਲਾਉਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਜਾਂ ਕਿਸਾਨ ਮੁੱਦਿਆਂ ਨੂੰ ਲੈ ਕੇ ਜੋ ਸਰਕਾਰ ਦਾ ਬਾਕੀ ਦਾ ਰੋਲ ਰਿਹਾ ਹੁਣ ਤੱਕ ਦਾ, ਜਦੋਂ ਤੋਂ ਇਹ ਇਸ਼ੂ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਸਰਕਾਰ ਦਾ ਰੋਲ ਰਿਹਾ, ਉਹ ਸਾਰੇ ਦੇ ਵਿੱਚ ਕੁੱਲ ਮਿਲਾ ਕੇ ਲੋਕਾਂ ਨੂੰ ਇਹ ਲੱਗਣਾ ਬਿਲਕੁਲ ਸੁਭਾਵਿਕ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਕਿਸੇ ਨਾ ਕਿਸੇ ਤਰੀਕੇ ਕੇਂਦਰ ਸਰਕਾਰ ਦੀ ਮਦਦ ਕਰਨਾ ਚਾਹੁੰਦੀ ਹੈ, ਕਿਸਾਨਾਂ ਦੇ ਖਿਲਾਫ ਕੇਂਦਰ ਸਰਕਾਰ ਦੇ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੀ ਹੈ। ਕਿਉਂਕਿ ਹੋਰ ਵੀ ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ ਕੋਈ ਐਸਾ ਕਦਮ ਨਹੀਂ ਚੁੱਕਿਆ ਜਿਹਦੇ ਨਾਲ ਕਿ ਕਿਸਾਨੀ ਅੰਦੋਲਨ ਨੂੰ, ਕਿਸਾਨਾਂ ਦੀਆਂ ਮੰਗਾਂ ਨੂੰ, ਕਿਸਾਨਾਂ ਦੇ ਹੱਕਾਂ ਨੂੰ ਬਚਾਇਆ ਜਾ ਸਕੇ। ਸੋ ਕੁੱਲ ਮਿਲਾ ਕੇ ਜਿਹੜਾ ਫਿਰ ਇਹ ਫੈਸਲਾ ਹੈ ਇਹ ਨੈਚੁਰਲੀ ਹੈ ਕਿ ਲੋਕ ਉਸੇ ਤਰੀਕੇ ਦੇ ਨਾਲ ਦੇਖਣਗੇ। ਠੀਕ ਹੈ। ਸੁਰਜੀਤ ਸਿੰਘ ਸਵੈਤ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਕੇ ਫਿਰ ਮੈਂ ਪ੍ਰੋਫੈਸਰ ਮਨਜੀਤ ਸਿੰਘ ਕੋਲ ਆਉਣਾ। ਸਵੈਤ ਸਾਹਿਬ, ਦੋਵੇਂ ਧਿਰਾਂ, ਭਾਵੇਂ ਉਹ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਸਿੱਧਾ ਤੁਹਾਨੂੰ ਕਟਹਿਰੇ 'ਚ ਖੜਾ ਕਰ ਰਹੇ ਨੇ। ਅੱਜ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਟੀਵੀ ਤੇ ਯਕੀਨਨ ਦੇਖੇ ਹੋਣੇ ਨੇ, ਜੋ ਹਾਲਾਤ ਬਣੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਬੜਾ ਸੋਚ ਸਮਝ ਕੇ ਕਦਮ ਰੱਖਣਾ ਚਾਹੀਦਾ? ਜਿਹੜੇ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕ ਵੱਡੀ ਧਿਰ ਦਾ ਮੁਕਾਬਲਾ ਕਰਨਾ ਚਾਹੀਦਾ। ਪਰ ਇੱਥੇ ਤਾਂ ਅਸੀਂ ਆਪ ਹੀ ਧਿਰਾਂ ਦੇ ਵਿੱਚ ਵੰਡੇ ਪਏ ਹਾਂ ਤੇ ਧਿਰਾਂ ਦੇ ਵਿੱਚ ਹੀ ਲੜਾਈ ਛਿੜ ਗਈ ਹੈ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇੰਨਾ ਨਾਜ਼ੁਕ ਸਮਾਂ ਹੈ ਇਹ ਕਿ ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਛੋਟੀਆਂ-ਮੋਟੀਆਂ ਲੜਾਈਆਂ ਛੱਡ ਕੇ ਅੱਜ ਸਾਰਿਆਂ ਨੂੰ ਜਿਹੜਾ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਉਹਦਾ ਸਾਥ ਦੇਣਾ ਚਾਹੀਦਾ ਹੈ। ਲੇਕਿਨ ਮੰਦਭਾਗੀ ਗੱਲ ਹੈਗੀ ਹੈ ਇਹ। ਪਹਿਲਾਂ ਤਾਂ ਮੈਂ ਜੋ ਵੀ ਹਿੰਸਾ ਜਿੱਥੇ ਵੀ ਹੋਈ ਹੈਗੀ ਹੈ, ਜਿਸ ਵੀ ਤਰ੍ਹਾਂ ਹੋਈ ਹੈਗੀ ਹੈ, ਉਹਦਾ ਆਪਣੇ ਸਖਤ ਤੋਂ ਸਖਤ ਲਫ਼ਜ਼ਾਂ ਦੇ ਵਿੱਚ ਉਹਦੀ ਨਿੰਦਿਆ ਕਰਦਾ ਹੈ ਜੀ। ਦੂਜੀ ਗੱਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਹੀ ਹੈਗੀ ਹੈ ਕਿ ਇਸ ਜਿੱਥੇ ਵੀ ਹਿੰਸਾ ਹੋਈ ਹੈ ਇਹਦੀ ਪੂਰੀ ਡੂੰਘਾਈ ਨਾਲ ਜਿਹੜੀ ਜਾਂਚ ਕਰਾ ਕੇ ਇਹਦਾ ਜੋ ਹੈਗਾ, ਜਿਹੜਾ ਵੀ ਦੋਸ਼ੀ ਹੈਗਾ ਉਹਦੇ ਖਿਲਾਫ ਐਕਸ਼ਨ ਜ਼ਰੂਰ ਹੋਏਗਾ। ਕਿਉਂਕਿ ਇਹ ਸਮਾਂ ਨਹੀਂ ਹੈਗਾ ਅਸੀਂ ਆਪਣੀਆਂ ਇਹ ਲੜਾਈਆਂ ਇੱਥੇ ਜਿਹੜੀਆਂ ਹੈਗੀਆਂ ਲੋਕਲ ਇਲੈਕਸ਼ਨ ਦੀਆਂ, ਲੋਕਲ ਬਾਡੀ ਦੇ ਚੋਣਾਂ ਦੇ ਵਿੱਚ ਇਦਾਂ ਦੀ ਹਿੰਸਾ ਜਿਹੜੀ ਹੈਗੀ ਹੈ ਉਹ ਕਰਕੇ ਆਪਾਂ ਇੱਕ ਵੱਡੀ ਜਿਹੜੀ ਸਾਡੀ ਲੜਾਈ ਹੈਗੀ ਹੈ ਕਿਸਾਨਾਂ ਦੀ ਦਿੱਲੀ ਹੋ ਰਹੀ ਹੈ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਾਂ ਕੇਂਦਰ ਸਰਕਾਰ ਨੂੰ ਜਾਂ ਭਾਜਪਾ ਨੂੰ ਕੋਈ ਇਦਾਂ ਦਾ ਮੌਕਾ ਦੇਈਏ ਜਿਹਦਾ ਉਹ ਸੰਘਰਸ਼ ਨੂੰ ਨੁਕਸਾਨ ਹੋ ਸਕੇ। ਸੋ ਮੈਂ ਤਾਂ ਸਾਰਿਆਂ ਨੂੰ ਬੇਨਤੀ ਇਹ ਕਰਾਂਗਾ, ਅੱਜ ਮੈਂ ਇੱਥੇ ਬੈਠਾ ਨਹੀਂ ਕਹਿ ਸਕਦਾ, ਤੁਸੀਂ ਨਹੀਂ ਕਹਿ ਸਕਦੇ ਕਿ
ਪਹਿਲ ਕਿਹਨੇ ਕੀਤੀ ਹੈ, ਅਗਰੈਸਰ ਕੌਣ ਸੀਗਾ, ਇੱਕ ਦੂਜੇ ਪਾਰਟੀਆਂ ਦੋਨਾਂ ਤੇ ਇੱਕ ਇਲਜ਼ਾਮ ਲਾ ਰਹੀਆਂ ਨੇ। ਦੇਖੋ ਉਹ ਤਾਂ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ, ਲੇਕਿਨ ਬਹੁਤ ਮੰਦਭਾਗੀ ਘਟਨਾ ਹੈਗੀ ਹੈ। ਇਹੋ ਜਿਹੀਆਂ ਗੱਲਾਂ ਤਾਂ ਪਹਿਲਾਂ ਚਲੋ ਇੱਕ ਅੱਧੀ ਜਗ੍ਹਾ ਕੋਈ ਇਨਸੀਡੈਂਟ ਹੋਇਆ ਹੋਵੇ, ਇੱਕ ਅੱਧੀ ਜਗ੍ਹਾ ਕੋਈ ਇਨਸੀਡੈਂਟ ਹੋਵੇ ਤਾਂ ਮੈਂ ਮੰਨਾਂ ਕਿ ਤੁਸੀਂ ਕਹੋ ਕਿ ਕਿਹਦੀ ਗਲਤੀ ਕਿਹਦੀ ਨਹੀਂ। ਮੈਂ 3-4 ਘਟਨਾਵਾਂ ਤਾਂ ਤੁਹਾਨੂੰ ਗਿਣਾ ਦਿੱਤੀਆਂ ਖੜੇ ਹੀ, ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ ਹੋਵੇ। ਹੁਣ ਸਾਰੀ ਜਗ੍ਹਾ ਤੇ ਤਾਂ ਅਜਿਹਾ ਨਹੀਂ ਹੋ ਸਕਦਾ ਨਾ ਕਿ ਟਕਰਾਅ ਵਾਲੀ ਸਥਿਤੀ ਬਣ ਗਈ ਜੀ, ਪਤਾ ਨਹੀਂ ਕਿਵੇਂ ਹੋਇਆ ਜੀ। ਭਿੱਖੀਵਿੰਡ ਦੇ ਵਿੱਚ ਉਮੀਦਵਾਰ ਦੇ ਪਿੱਛੇ ਪੈ ਕੇ ਉਹਦੇ ਕਾਗਜ਼ ਲੈ ਕੇ ਉਹਦੇ ਪਾੜ ਦਿੱਤੇ ਗਏ। ਮਤਲਬ ਇਦਾਂ ਦੀ ਸਿਚੁਏਸ਼ਨ ਹਾਲਾਤ ਬਣ ਗਏ। ਹੁਣ ਤਾਂ ਅਸੀਂ ਸਿਰਫ ਅਫਸੋਸ ਪ੍ਰਗਟ ਕਰੀਏ, ਇੱਥੇ ਤੱਕ ਗੱਲ ਨੇਪਰੇ ਨਹੀਂ ਚੜਦੀ। ਦੇਖੋ ਇਸ ਹਰਪ੍ਰੀਤ ਜੀ ਜਿਹੜੀਆਂ ਇਹ ਚੋਣਾਂ ਹੁੰਦੀਆਂ ਨੇ ਇਹ ਸਟੇਟ ਇਲੈਕਸ਼ਨ ਕਮਿਸ਼ਨ ਕਰਵਾਉਂਦਾ ਹੈ। ਜਿਵੇਂ ਨਾ ਜੀ ਦੂਜੀਆਂ ਚੋਣਾਂ ਹੁੰਦੀਆਂ ਨੇ ਐਮਐਲਏ ਜਾਂ ਮੈਂਬਰ ਪਾਰਲੀਮੈਂਟ ਦੀਆਂ, ਉਹਦੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਚੋਣਾਂ ਕਰਾਉਂਦਾ ਹੈਗਾ। ਉਸ ਵੇਲੇ ਸਾਰਾ ਜਿਹੜੀ ਮਸ਼ੀਨਰੀ ਹੁੰਦੀ ਹੈ ਉਹਦੇ ਅੰਡਰ ਹੁੰਦੀ ਹੈ। ਜਿਹੜੀਆਂ ਇਹ ਲੋਕਲ ਇਲੈਕਸ਼ਨਸ ਨੇ, ਲੋਕਲ ਬਾਡੀਜ਼ ਇਲੈਕਸ਼ਨਸ ਨੇ, ਪੰਚਾਇਤਾਂ ਦੇ ਇਲੈਕਸ਼ਨ ਨੇ, ਇਹ ਸਟੇਟ ਇਲੈਕਸ਼ਨ ਕਮਿਸ਼ਨ ਕਰਾਉਂਦਾ। ਨਹੀਂ ਪਰ ਸਰਕਾਰ ਦੀ ਜ਼ਿੰਮੇਵਾਰੀ ਤਾਂ ਹੈਗੀ ਹੈ ਨਾ। ਜੇ ਕੋਈ ਉਮੀਦਵਾਰ ਨਾਮਜ਼ਦਗੀ ਪੱਤਰ ਭਰਨਾ ਆਂਦਾ ਹੈ, ਉਹਨੂੰ ਸਿਕਿਉਰਿਟੀ ਦੇਣੀ, ਉਹਨੂੰ ਉਹ ਰਾਹ ਪ੍ਰੋਵਾਈਡ ਕਰਨਾ ਕਿ ਤੁਸੀਂ ਭਰ ਸਕੋ, ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਹੈ ਕਿ ਨਹੀਂ ਹੈਗੀ ਹੈ। ਇੱਕ ਸਟੇਟ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ, ਉਹ ਉੱਥੇ ਜਾਵੇ ਤੇ ਉੱਥੇ ਭੰਨਤੋੜ ਹੋ ਜਾਏ ਤਾਂ ਤੁਸੀਂ ਕਹਿ ਦਿਓ ਕਿ ਦੀ ਜ਼ਿੰਮੇਵਾਰੀ ਸਟੇਟ ਇਲੈਕਸ਼ਨ ਕਮਿਸ਼ਨ ਦੀ ਹੈ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਸਰਕਾਰ ਦੀ। ਤਾਈਓ ਨਿੰਦਿਆ ਕਰ ਰਿਹਾ ਸਰ, ਮੈਂ ਤਾਈਓ ਨਿੰਦਿਆ ਕਰ ਰਿਹਾ ਹਰਪ੍ਰੀਤ ਜੀ ਕਿ ਜੋ ਪਹਿਲਾਂ ਹੁੰਦਾ ਰਿਹਾ, ਬੇਸ਼ੱਕ ਅਕਾਲੀ ਸਰਕਾਰ ਵੇਲੇ ਵੀ ਇਦਾਂ ਹੁੰਦਾ ਰਿਹਾ। ਮੈਨੂੰ ਯਾਦ ਹੈ, ਮੈਨੂੰ ਚੇਤਾ ਅਜੇ ਵੀ ਕਿ ਅਸੀਂ ਕਿੰਨੀ ਪਟੀਸ਼ਨਾਂ ਪਾਉਂਦੇ ਸੀ ਕਿ ਚਾਹੇ ਪੰਚਾਇਤ ਇਲੈਕਸ਼ਨ ਹੋਵੇ, ਚਾਹੇ ਲੋਕਲ ਬਾਡੀਜ਼ ਇਲੈਕਸ਼ਨ ਹੋਵੇ। ਇਦਾਂ ਦੀਆਂ ਘਟਨਾਵਾਂ, ਇਹ ਤੋਂ ਬੁਰੀਆਂ ਘਟਨਾਵਾਂ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਹੋਈਆਂ, ਲੇਕਿਨ ਮੈਂ ਉਹਦਾ ਮਤਲਬ ਮੇਰਾ ਕਹਿਣ ਦਾ ਇਹ ਨਹੀਂ ਹੈਗਾ ਕਿ ਸਾਡੀ ਸਰਕਾਰ ਵੇਲੇ ਵੀ ਉਦਾਂ ਹੋਵੇ। ਇਸੇ ਲਈ ਮੈਂ ਬੜੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰ ਰਿਹਾ ਕਿ ਬਹੁਤ ਮਾੜੀਆਂ ਘਟਨਾਵਾਂ ਨੇ ਇਹ। ਸਾਡੀ ਸਰਕਾਰ ਨੂੰ, ਇਲੈਕਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਨੂੰ, ਪੰਜਾਬ ਪੁਲਿਸ ਨੂੰ, ਐਡਮਿਨਿਸਟ੍ਰੇਸ਼ਨ ਨੂੰ ਸਖਤ ਸਟੈਪ ਲੈ ਕੇ ਇਹਨਾਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ। ਤੇ ਜਿਹਨੇ ਗਲਤੀ ਕੀਤੀ ਹੈ, ਜਿਹੜਾ ਦੋਸ਼ੀ ਹੈਗਾ, ਉਹਨੂੰ ਅਸੀਂ ਸਜ਼ਾ ਦਵਾਂਗੇ। ਚੀਮਾ ਸਾਹਿਬ ਇਹ ਕਹਿੰਦੇ ਨੇ ਕਿ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਹੁੰਦਾ ਰਿਹਾ ਹੈ। ਇਹ ਸਥਾਨਕ ਚੋਣਾਂ ਦੇ ਵਿੱਚ ਅਜਿਹਾ ਹੁੰਦਾ ਰਹਿੰਦਾ ਹੈ, ਸਟੇਟ ਇਲੈਕਸ਼ਨ ਕਮਿਸ਼ਨ ਚੋਣਾਂ ਕਰਾਉਂਦਾ ਹੈ, ਉਹ ਦੇਖੇ। ਦੇਖੋ ਗੱਲ ਇਹ ਹੈ ਕਿ ਇਹ ਕਹਿ ਕੇ ਗੱਲ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਪਹਿਲਾਂ ਚੱਡਾ ਸਾਹਿਬ ਨੇ ਵੀ ਕਿਹਾ, ਚੱਡਾ ਸਾਹਿਬ ਮੇਰੇ ਹਲਕੇ ਦੇ ਹੀ ਵੋਟਰ ਨੇ। 226 ਮੇਰੀਆਂ ਪੰਚਾਇਤਾਂ ਸੀ, 21 ਸ਼ਹਿਰ ਦੇ ਵਾਰਡ ਸੀ। ਇਹ ਆਪ ਇਮਾਨਦਾਰੀ ਨਾਲ ਦੱਸ ਦੇਣ ਕਿ ਕਿਸੇ ਇੱਕ ਵੀ ਸਰਪੰਚ ਦੀ ਕਦੀ 5 ਸਾਲਾਂ ਦੇ ਵਿੱਚ ਕਿਸੇ ਇਲੈਕਸ਼ਨ ਦੇ ਵਿੱਚ ਨੋਮੀਨੇਸ਼ਨ ਰੱਦ ਹੋਈ ਹੋਵੇ ਜਾਂ ਕਿਸੇ ਨਾਲ ਧੱਕਾ ਕੀਤਾ ਗਿਆ ਹੋਵੇ। 21 ਸ਼ਹਿਰ ਦੇ ਵਾਰਡ ਹੈ, ਕਿਤੇ ਇੱਕ ਥਾਂ ਵੀ ਦੱਸ ਦੇਣ ਕਿ ਕਦੀ ਮੇਰੇ ਟਾਈਮ ਦੇ ਉੱਤੇ ਇਸ ਤਰ੍ਹਾਂ ਦੀ ਕਦੀ ਕੋਈ ਵਾਇਲੈਂਸ ਹੋਈ ਹੋਵੇ। ਅਸੀਂ ਜੇ ਮਿਨਿਸਟਰ ਰਹੇ ਹਾਂ, ਐਮਐਲਏ ਰਹੇ ਹਾਂ, ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਵੀ ਰਹੇ। ਇਸ ਕਰਕੇ ਜੇ ਕਿਸੇ ਜਗ੍ਹਾ ਦੇ ਉੱਤੇ ਸਾਡੇ ਟਾਈਮ ਦੇ ਉੱਤੇ ਕੋਈ ਵਾਇਲੈਂਸ ਹੋਇਆ ਹੋਊਗਾ ਤਾਂ ਸਖਤੀ ਦੇ ਨਾਲ ਐਕਸ਼ਨ ਵੀ ਹੋਇਆ ਹੋਊਗਾ। ਕਈ ਵਾਰੀ ਸੁਭਾਵਿਕ ਕਈ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਹੁੰਦੀਆਂ, ਝਗੜੇ ਹੁੰਦੇ ਆ ਜੀ, ਪਰ ਉੱਥੇ ਫਿਰ ਕਦੀ ਮੁੱਖ ਮੰਤਰੀ ਸਾਹਿਬ ਨੇ ਕਿਸੇ ਵੀ ਗੱਲ ਦਾ ਲਿਹਾਜ਼ ਨਹੀਂ ਸੀ ਕੀਤਾ, ਬੜੀ ਸਖਤੀ ਹੁੰਦੀ ਸੀ। ਐਮਐਲਏ ਦੇ ਵੀ ਜੇ ਕਿਸੇ ਦੀ ਮਾੜੀ ਜਿਹੀ ਵੀ ਗੱਲ ਹੁੰਦੀ ਸੀ ਤਾਂ ਡਾਇਰੈਕਟ ਜਿਹੜਾ ਹੈਗਾ ਚੀਫ ਮਿਨਿਸਟਰ ਵੱਲੋਂ ਐਕਸ਼ਨ ਲਿਆ ਜਾਂਦਾ ਸੀਗਾ ਕਿ ਇਹ ਗੱਲ ਮੈਂ ਕਿਤੇ ਵੀ ਬਰਦਾਸ਼ਤ ਨਹੀਂ ਕਰਦੀ। ਇਸ ਕਰਕੇ ਇਦਾਂ ਚੀਜ਼ਾਂ ਜਸਟੀਫਾਈ ਨਹੀਂ ਹੁੰਦੀਆਂ। ਇਲੈਕਸ਼ਨ ਕਮਿਸ਼ਨ ਨੂੰ ਅਸੀਂ ਬੜੀ ਡਿਟੇਲਡ ਲੈਟਰ ਲਿਖੀ ਸੀ ਇਲੈਕਸ਼ਨ ਪ੍ਰੋਸੈਸ ਸਟਾਰਟ ਹੋਣ ਤੋਂ ਪਹਿਲਾਂ, ਪੁਰਾਣੀਆਂ ਘਟਨਾਵਾਂ ਦਾ ਵੇਰਵਾ ਦੇ ਕੇ ਕਿ ਪਿਛਲੀ ਵਾਰੀ ਜਿਹੜੀਆਂ ਹੋਈਆਂ ਸੀ ਪਿੱਛੇ ਕੁਝ ਮਿਊਨਿਸਪਲ ਕਮੇਟੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜੀ, ਕਿ 65 ਥਾਵਾਂ ਦੇ ਉੱਤੇ ਜਿਹੜੀ ਹੈ ਉਹ ਰੀਪੋਲਿੰਗ ਹੋਈ ਸੀ ਤੇ ਇੱਕੋ ਡਿਸਟ੍ਰਿਕਟ ਦੇ ਵਿੱਚ ਮੁਕਤਸਰ ਦੇ ਵਿੱਚ 36 ਥਾਵਾਂ ਤੇ ਕਰਨੀ ਪਈ ਸੀ। ਇਹ ਬਿਨਾਂ ਬਿਨਾਂ ਭੁਗਤੋਂ ਪੁਲਿਸ ਦੀ ਸਿੱਧੀ ਦਖਲਅੰਦਾਜ਼ੀ ਤੋਂ ਬਿਨਾਂ ਇੱਕ ਛੋਟੇ ਜਿਹੇ ਜ਼ਿਲ੍ਹੇ 'ਚ 36 ਥਾਵਾਂ ਤੇ ਰੀਪੋਲ ਇਲੈਕਸ਼ਨ ਕਮਿਸ਼ਨ ਨੂੰ ਆਪ ਕਰਾਉਣੀ ਪਈ। ਇਹ ਹਾਲਾਤ ਠੀਕ ਨਹੀਂ ਹੈ। ਤੁਸੀਂ ਫਾਲੋ ਅਪ ਐਕਸ਼ਨ ਕਰੋ ਉਹਨਾਂ ਅਫਸਰਾਂ ਦੇ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀਆਂ ਨਹੀਂ ਠੀਕ ਬਣਾਈਆਂ। ਠੀਕ ਹੈ ਚੀਮਾ ਸਾਹਿਬ, ਉਹੀ ਸਵਾਲ ਮੈਂ ਤੁਹਾਡੇ ਤੋਂ ਵੀ ਪੁੱਛਦਾ, ਜਿਹੜਾ ਸਵਾਲ ਮੈਂ ਚੱਡਾ ਸਾਹਿਬ ਤੋਂ ਪੁੱਛਿਆ ਉਹ ਮੈਂ ਸਵਾਲ ਤੁਹਾਡੇ ਤੋਂ ਵੀ ਪੁੱਛਣਾ ਚਾਹਨਾ ਕਿ ਤੁਹਾਨੂੰ ਲੱਗਦਾ ਕਿ ਇਹ ਸਮਾਂ ਸੁਹਿਰਦ ਹੈਗਾ, ਇਹ ਸਮਾਂ ਹੈਗਾ ਇਲੈਕਸ਼ਨ ਦਾ, ਇਹ ਸਮੇਂ ਦੇ ਵਿੱਚ ਕੰਟੈਸਟ ਕਰਨਾ ਚਾਹੀਦਾ ਬਾਕੀ ਪਾਰਟੀਆਂ ਨੂੰ ਵੀ? ਦੇਖੋ ਗੱਲ ਇਹ ਹੈ ਨਾ ਕਿ ਇਹ ਫੈਸਲਾ ਸਟੇਟ ਗਵਰਨਮੈਂਟ ਨੇ ਕਰਨਾ ਸੀਗਾ, ਇਹਦੇ ਚ ਆਪੋਜੀਸ਼ਨ ਦਾ ਕਿਸੇ ਦਾ ਕੋਈ ਰੋਲ ਨਹੀਂ ਹੁੰਦਾ ਕਿ ਇਲੈਕਸ਼ਨ ਉਹਨਾਂ ਨੇ ਕਦੋਂ ਕਰਾਉਣੀ ਹੈ, ਕਿਉਂਕਿ ਇਲੈਕਸ਼ਨਾਂ ਦਾ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਸੀ। ਸਟੇਟ ਗਵਰਨਮੈਂਟ ਹੋਰ ਅੱਗੇ ਪਾ ਸਕਦੀ ਸੀ। ਇਹ ਤਾਂ ਸਟੇਟ ਗਵਰਨਮੈਂਟ ਨੂੰ ਦੱਸਣਾ ਪਊਗਾ ਕਿ ਕੀ ਮਜਬੂਰੀ ਸੀ ਕਿ ਉਹਦੀ ਐਸੇ ਵੇਲੇ ਹੀ ਉਹਨਾਂ ਨੇ ਇਲੈਕਸ਼ਨ ਕਰਾਉਣੀ ਜ਼ਰੂਰੀ ਸੀ। ਅਸੀਂ ਤਾਂ ਸਮਝਦੇ ਸੀ ਕਿ ਲੋਕੀ ਵੱਡੀ ਗਿਣਤੀ ਦੇ ਵਿੱਚ ਸੂਬਿਆਂ ਤੋਂ ਬਾਹਰ ਬੈਠੇ ਆ, ਹਾਲਾਤ ਉਹਦਾ ਕਰਕੇ ਐਜੀਟੇਸ਼ਨ ਕਰਕੇ ਬੜੇ ਵੱਖਰੀ ਤਰ੍ਹਾਂ ਦੇ ਬਣੇ ਹੋਏ ਆ। ਲੇਕਿਨ ਇਹ ਤਾਂ ਸੂਬੇ ਦੀ ਸਰਕਾਰ ਹੈ ਕਿ ਇਹ ਇਲੈਕਸ਼ਨਾਂ ਤਾਂ ਕਈ ਮਹੀਨਿਆਂ ਤੋਂ ਡਿਊ ਹੈ, ਪਰ ਉਹਨਾਂ ਨੇ ਹੁਣ ਆ ਕੇ ਜਿਹੜਾ ਕਰਾਉਣ ਦਾ ਫੈਸਲਾ ਲਿਆ
ਇਹ ਸਰਕਾਰ ਦੱਸ ਸਕਦੀ ਹੈ ਕਿ ਕਿਉਂ ਉਹਨਾਂ ਨੇ ਇਹ ਟਾਈਮ ਚੁਣਿਆ। ਠੀਕ ਹੈ, ਮੈਂ ਇਸ ਸਵਾਲ ਦਾ ਜਵਾਬ ਲੈ ਲਾਂਗਾ ਸਾਡੇ ਕੋਲ ਤਾਂ ਪ੍ਰੋਫੈਸਰ ਕੋਈ ਮਨਜੀਤ option ਸਿੰਘ ਨਹੀਂ ਜੀ। ਹੈ। ਠੀਕ ਹੈ, ਮੈਂ ਇੱਕ ਮਿੰਟ ਆ ਗਿਆ ਜਦੋਂ ਪ੍ਰੋਫੈਸਰ ਮਨਜੀਤ ਸਿੰਘ notification ਜੀ, ਜਿਹੜੀਆਂ ਸਾਰੀਆਂ ਦੁਰਘਟਨਾਵਾਂ ਹੋਈਆਂ, ਜਿਹੜੀਆਂ ਘਟਨਾਵਾਂ ਹੋਈਆਂ, ਜਿਹੜੀਆਂ ਮੈਂ ਸਾਰੀਆਂ ਦਿਖਾਈਆਂ ਨੇ, ਉਹ ਤੋਂ ਲੱਗਦਾ ਨਹੀਂ ਹੈ ਕਿ ਇਹ ਸੁਹਿਰਦਤਾ ਵਾਲਾ ਮਾਹੌਲ ਨਹੀਂ ਹੈਗਾ ਕਿ ਇਲੈਕਸ਼ਨ ਕਰਾਈ ਜਾਵੇ। ਜੇ ਕਰਾਈ ਵੀ ਜਾਂਦੀ ਹੈ ਤਾਂ ਕੀ ਇਸ ਹਾਲਾਤ ਦੇ ਵਿੱਚ ਇਲੈਕਸ਼ਨ ਹੋ ਜਾਏਗੀ? ਇੱਕ ਪਾਸੇ ਅਸੀਂ ਐਡੀ ਵੱਡੀ ਜੰਗ ਲੜ ਰਹੇ ਹਾਂ, ਸਾਰਿਆਂ ਦਾ ਧਿਆਨ ਉੱਥੇ ਲੱਗਿਆ ਹੋਇਆ, ਦੂਜੇ ਪਾਸੇ ਇੱਥੇ ਐਵੇਂ ਦੇ ਹਾਲਾਤ ਬਣ ਗਏ ਨੇ, ਅੱਜ ਜਿਵੇਂ ਦੇ ਹਾਲਾਤ ਬਣੇ, ਧਰਨਾ ਪ੍ਰਦਰਸ਼ਨ ਵੀ ਹੋਇਆ, ਗੋਲੀਆਂ ਤੱਕ ਚੱਲ ਗਈਆਂ, ਫਿਰ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਸਭ ਕੁਝ ਹੋ ਰਿਹਾ? ਹਰਪ੍ਰੀਤ ਜੀ, ਕਿਸੇ ਵੇਲੇ ਨਾ ਅਸੀਂ ਸੁਣਦੇ ਹੁੰਦੇ ਸੀ ਈਸਟਰਨ ਯੂਪੀ ਜਾਂ ਖਾਸ ਕਰ ਬਿਹਾਰ ਬਾਰੇ ਕਿ ਉੱਥੇ ਚੋਣਾਂ ਜਿਹੜੀਆਂ ਲੜੀਆਂ ਨਹੀਂ ਜਾਂਦੀਆਂ, ਲੁੱਟੀਆਂ ਜਾਂਦੀਆਂ। ਇਹ ਹਾਲਤ ਹੁਣ ਪੰਜਾਬ ਦੀ ਬਣਦੀ ਜਾਂਦੀ ਹੈ, ਖਾਸ ਕਰ ਲੋਕਲ ਬਾਡੀਜ਼ ਦੀਆਂ, ਪੰਚਾਇਤਾਂ ਦੀਆਂ ਚੋਣਾਂ ਦੀ ਆਮ ਧਾਰਨਾ ਬਣ ਗਈ ਹੈ ਕਿ ਪੈਸੇ ਉਸ ਪੰਚਾਇਤ ਨੂੰ ਮਿਲਣਗੇ ਜਿਹੜੀ ਸਰਕਾਰ ਦੇ ਨਾਲ ਚੱਲੂਗੀ, ਜਾਂ ਉੱਥੇ ਜਿਹੜਾ ਚੇਅਰਮੈਨ ਹੋਊਗਾ ਉਹਦਾ ਮਤਲਬ ਫਿਰ ਪਾਰਟੀ ਦਾ, ਰੂਲਿੰਗ ਪਾਰਟੀ ਦਾ ਵੀ ਹੁੰਦਾ, ਬੰਦੇ ਐਡਜਸਟ ਕਰਨੇ ਆ, ਫਲਾਣੇ ਨੂੰ ਕਰਨਾ, ਇਹ ਸਾਰਾ ਸਾਡੇ ਸਾਹਮਣੇ ਹੈਗਾ। ਇਸ ਵਿਸ਼ੇ ਸਰਕਲ ਨੂੰ ਤੋੜਨ ਦੀ ਲੋੜ ਆ, ਨਹੀਂ ਤੇ ਸਾਡੀ ਰਾਜਨੀਤੀ ਦਾ, ਇਲੈਕਸ਼ਨ ਸਿਸਟਮ ਦਾ ਤਾਲਿਬਾਨਾਈਜੇਸ਼ਨ ਹੋ ਰਿਹਾ। ਜਿਵੇਂ ਤੁਹਾਨੂੰ ਕਈ ਵਾਰੀ ਐਂ ਭੁਲੇਖਾ ਲੱਗਦਾ ਅਸੀਂ ਅਫਗਾਨਿਸਤਾਨ 'ਚ ਆ ਕਿ ਪੰਜਾਬ 'ਚ ਆ। ਇਹ ਕੰਮ ਬੰਦ ਕਰਨਾ ਪਊਗਾ। ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਾਰਟੀਆਂ ਦਾ ਜਾਂ ਸਾਡੇ ਲੀਡਰਾਂ ਦਾ ਅਜੇ ਵੀ ਮਾਈਂਡ ਸੈੱਟ ਜਿਹੜਾ ਉਹ ਡੈਮੋਕ੍ਰੈਟਿਕ ਮਾਈਂਡ ਹੈ ਹੀ ਨਹੀਂ ਕਿ ਡੈਮੋਕ੍ਰੇਸੀ ਦੇ ਵਿੱਚ ਕਿਵੇਂ ਚੱਲੀਦਾ। ਬਾਦਲ ਸਾਹਿਬ ਨੂੰ ਜ਼ਰੂਰ ਗੁੱਸਾ ਆਇਆ ਹੋਊਗਾ, ਸੁਖਬੀਰ ਸਿੰਘ ਬਾਦਲ ਹੋਣਾ ਨੂੰ। ਉਹਨਾਂ ਦਾ ਜਵਾਬ ਅੱਗਿਓਂ ਕੀ ਆ ਕਿ 8 ਮਹੀਨੇ ਰਹਿ ਗਏ ਫਿਰ ਵੇਖ ਲਾਂਗੇ। ਇਹ ਜਿਹੜਾ ਨਾ, ਮੈਨੂੰ ਇਹਦੇ ਚੋਂ, ਇਸ ਸਰਕਲ ਚੋਂ ਬਾਹਰ ਆਉਣ ਦੀ ਲੋੜ ਆ ਕਿ ਅੱਜ ਚੋਣਾਂ ਹੋ ਰਹੀਆਂ ਆ ਤੇ ਇਹ ਚੋਣ ਦੇ ਵਿੱਚ ਐਡੇ ਵੱਡੇ ਪੱਧਰ ਤੇ ਪ੍ਰੋਟੈਸਟ ਹੋਣਾ, ਤੇ ਚੋਣਾਂ ਬੰਦ ਕਰਾਉਣੀਆਂ ਚਾਹੀਦੀਆਂ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਤੁਸੀਂ ਜੇ ਇਹ ਵਾਇਲੈਂਸ ਕਰਨੀ ਹੈ, ਸਾਨੂੰ ਮਨਜ਼ੂਰ ਨਹੀਂ, ਅਸੀਂ ਬਿਲਕੁਲ ਤੇ ਬਿਲਕੁਲ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰਾਂਗੇ ਔਰ ਚੋਣਾਂ ਨਹੀਂ ਹੋਣ ਦਿਆਂਗੇ। ਗਵਰਨਰ ਦਾ ਘਰਾਓ ਕਰੋ, ਚੀਫ ਮਿਨਿਸਟਰ ਦਾ ਘਰਾਓ ਕਰੋ, ਜੋ ਮਰਜ਼ੀ ਕਹੋ। ਇਹ ਹੈ ਡੈਮੋਕ੍ਰੇਸੀ, ਇਹ ਹੈ ਡੈਮੋਕ੍ਰੈਟਿਕ ਮਾਈਂਡ ਸੈਟ ਕਿ ਅਸੀਂ ਧੱਕੇਸ਼ਾਹੀ, ਤੁਸੀਂ ਬੂਥ ਲੁੱਟਣਾ, ਲੋਕਾਂ ਨੂੰ ਗੋਲੀਆਂ ਚਲਾਉਣੀਆਂ। ਗੋਲੀ ਚਲਾ ਲਓ, ਜਾਂ ਫਿਰ ਜੇ ਤੁਸੀਂ ਗੋਲੀਆਂ ਤੇ ਫਿਰ ਪਹਿਲਾਂ ਤੁਸੀਂ ਲੜਾਈ ਕਰ ਲਓ, ਵੋਟਾਂ ਬਾਅਦ ਚ ਪਾ ਲਾਂਗੇ ਜਦੋਂ ਸ਼ਾਂਤੀ ਹੋ ਜੂਗੀ। ਦੋਵੇਂ ਕੰਮ ਇਕੱਠੇ ਨਹੀਂ ਚੱਲਣਗੇ ਕਿ ਤੁਸੀਂ ਲੋਕਾਂ ਦੀ ਇੱਕ ਇੰਡੀਪੈਂਡੈਂਟ ਓਪੀਨੀਅਨ ਵੀ, ਪੀਸਫੁਲ ਪ੍ਰੋਸੈਸ ਨੂੰ ਵੀ ਦੇਖੋ ਤੇ ਨਾਲ ਤੁਸੀਂ ਧੱਕੇਸ਼ਾਹੀ ਇੱਟਾਂ ਪੱਥਰ ਵੀ ਚਲਾਓ। ਕੋਈ ਵੀ ਕਰੇ, ABC ਪਾਰਟੀ ਕਰੇ, ਇਹ ਬਹੁਤ ਹੀ ਮਾੜੀ ਗੱਲ। ਦੂਜੀ ਗੱਲ, ਇਹਦੇ ਨਾਲ ਇੰਨੀ ਨਮੋਸ਼ੀ ਆਉਂਦੀ ਹੈ। ਨਮੋਸ਼ੀ ਕਿਸ ਕਰਕੇ ਆਉਂਦੀ ਆ? ਅਸੀਂ ਸਾਰੇ ਇਸ ਗੱਲ ਦੇ ਧਾਰਨੀ ਆ, ਅਕਾਲੀ ਦਲ ਵੀ ਸਾਰੇ ਚੀਮਾ ਜੀ ਬੈਠੇ ਆ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ। ਸੂਬਿਆਂ ਦੀਆਂ ਚੋਣਾਂ ਆਪ ਜਿਹੜਾ ਕਰਵਾਉਂਦੇ ਆ, ਇਹਦਾ ਹਾਲਤ ਦੇਖ ਲਓ, ਔਰ ਜਿਹੜਾ ਸੈਂਟਰ ਚੋਣਾਂ ਕਰਾਉਂਦਾ ਉਹਦਾ ਹਾਲਤ ਦੇਖ ਲਓ। ਕੀ ਕਰਨਾ ਚਾਹੁੰਦੇ ਅਸੀਂ, ਕੀ ਮੈਸੇਜ ਦੇਣਾ ਚਾਹੁੰਦੇ ਕਿ ਅਸੀਂ ਕਾਬਿਲ ਹੀ ਨਹੀਂ ਕਿਸੇ ਗੱਲ ਦੇ? ਮੈਨੂੰ ਤੇ ਹੋਰ ਵੀ ਸਿਰ ਨੀਵਾ ਹੁੰਦਾ ਸਾਡੀਆਂ ਪਾਰਟੀਆਂ ਨੂੰ, ਜਿਹੜੀਆਂ ਖਾਸ ਕਰ ਸਾਰੀਆਂ ਨੂੰ, ਇਹਨਾਂ ਨੂੰ ਇਸ ਗੱਲ ਦਾ ਬਿਲਕੁਲ ਇਹ ਫੈਸਲਾ ਲੈਣਾ ਚਾਹੀਦਾ ਕਿ ਇਹ ਵਿਸ਼ੇ ਸਰਕਲ ਕਿ ਆਪਾਂ ਜਦੋਂ ਸਾਡੇ ਹੱਥ ਆ ਜੇ ਤੇ ਫਿਰ ਅਸੀਂ ਕੁੱਟਣੇ ਆ। ਫਿਰ ਜੋ ਉਹਨਾਂ ਦੇ ਪਿੱਛੇ ਜਦੋਂ ਤੁਹਾਨੂੰ ਪਤਾ ਬਾਬੇ ਬਕਾਲੇ ਦੇ ਵਿੱਚ ਉਹ ਵੀਡੀਓ ਜਿਹੜੀ ਵਾਇਰਲ ਹੋਈ ਸੀ, ਕਹਿੰਦਾ ਥਾਣੇਦਾਰ ਆਪਣਾ ਲੱਗ ਗਿਆ, ਜੋ ਮਰਜ਼ੀ ਕਰੀ ਜਾਇਓ। ਸਾਰਿਆਂ ਦੇ ਸਾਹਮਣੇ ਹੀ ਹੁੰਦਾ ਨਾ ਇਹ ਪਿਛਲੀਆਂ ਚੋਣਾਂ 'ਚ। ਇਸ ਲਈ ਇਹ ਕੰਮ ਬੰਦ ਹੋਣਾ ਚਾਹੀਦਾ। ਦੂਸਰੀ ਗੱਲ, ਜਿਹੜਾ ਤੁਹਾਡਾ ਕੰਸਰਨ ਆ, ਬਿਲਕੁਲ ਇਹ ਬਿਲਕੁਲ ਸਮਾਂ ਨਹੀਂ ਸੀਗਾ ਹਰਪ੍ਰੀਤ। ਤੂੰ ਤੁਹਾਡੇ ਉੱਥੇ ਬੰਦੇ ਬੈਠੇ ਆ, ਉੱਥੇ ਇੰਨੀ ਦੇਰ ਦੇ ਬੈਠੇ ਹੋਏ ਆ, 170-80 ਤੋਂ ਵੱਧ ਬੰਦੇ ਸ਼ਹੀਦ ਹੋ ਚੁੱਕੇ ਆ, ਰੋਜ਼ 70 ਵੇਚ ਰਹੇ ਆ। ਆਪਾਂ ਨੂੰ ਇਲੈਕਸ਼ਨਾਂ ਚੋਣਾਂ ਲੜਨ ਦਾ, ਚੋਣਾਂ ਵੀ ਜੇ ਪੀਸਫੁਲੀ ਕਰਨ ਦੇ ਸਮਝ ਪੈਂਦੀ ਆ ਵੀ ਠੀਕ ਹੈ ਜੀ, ਜ਼ਰੂਰੀ ਬਣ ਗਿਆ। ਆਹ ਕੁਛ ਕਰਦਾ ਸੱਤਾ ਲਈ, ਇੱਕ ਪਾਸੇ ਅਸੀਂ ਸੱਤਾ ਲਈ ਕੁੱਤਿਆਂ ਵਾਂਗੂ ਲੜ ਰਹੇ ਆ ਕਿ ਸਾਡੇ ਕੋਲ ਆ ਜੇ, ਦੂਜੇ ਪਾਸੇ ਬੰਦੇ ਉੱਥੇ ਲੜਾਈ ਤੇ ਗਏ ਹੋਏ ਆ। ਬਿਲਕੁਲ ਇਹ ਗੱਲ ਐਪਰੋਪਰੀਏਟ ਟਾਈਮ ਨਹੀਂ ਸੀ, ਇਹ ਗਲਤ ਆ। ਅਜੇ ਵੀ ਮੇਰਾ ਖਿਆਲ ਆ ਅਕਾਲੀ ਦਲ ਨੂੰ ਇਸ ਗੱਲ ਦੀ ਮੰਗ ਕਰਨੀ ਚਾਹੀਦੀ ਹੈ ਕਿ ਪੋਸਟਪੋਨ ਹੋ, ਵਾਪਸ ਲੈ ਲਓ। ਹਾਂ ਚੱਡਾ ਸਾਹਿਬ, ਇੱਕ ਗੱਲ, ਆਮ ਆਦਮੀ ਪਾਰਟੀ ਦੇ ਅੱਜ ਕੁਝ ਸੀਨੀਅਰ ਲੀਡਰ ਨੇ, ਉਹਨਾਂ ਦੇ ਬਿਆਨ ਆਏ ਨੇ। ਉਹਨਾਂ ਦੇ ਬਿਆਨ ਇਹ ਕਹਿ ਰਹੇ ਨੇ ਕਿ ਕਾਂਗਰਸ ਡਰ ਗਈ ਹੈ, ਕਾਂਗਰਸ ਨੂੰ ਆਪਣੀ ਹਾਰ ਦਿਖ ਰਹੀ ਹੈ ਕਿ ਅਸੀਂ ਹਾਰ ਰਹੇ ਹਾਂ, ਇਸ ਕਰਕੇ ਸਭ ਕੁਝ ਕਰ ਰਹੇ ਹਾਂ। ਜਦਕਿ ਇਹ ਆਮ ਤੌਰ ਤੇ ਪ੍ਰਚਲਿਤ ਵੀ ਹੈ ਕਿ ਜਿਹੜੀਆਂ ਸਥਾਨਕ ਚੋਣਾਂ ਨੇ, ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ, ਉਹਦੀਆਂ ਹੀ ਹੁੰਦੀਆਂ ਨੇ, ਉਹੀ ਉਹ ਲਗਭਗ ਜਿੱਤਦਾ ਹੁੰਦਾ, ਭਾਵੇਂ ਉਹ ਜ਼ਿਮਨੀ ਚੋਣ ਹੋਵੇ ਜਾਂ ਸਥਾਨਕ ਚੋਣਾਂ ਹੋਣ। ਅਜਿਹੇ ਦੇ ਵਿੱਚ ਤੁਹਾਨੂੰ ਅਜਿਹਾ ਕਿਉਂ ਲੱਗਦਾ ਕਿ ਕਾਂਗਰਸ ਡਰ ਰਹੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਸੀਂ ਪ੍ਰਚਲਿਤ ਵਾਲੀ ਗੱਲ ਕਹੀ ਕਿ ਪ੍ਰਚਲਿਤ ਹੈ। ਪ੍ਰਚਲਿਤ ਆਪਾਂ ਤਾਂ ਕਹੀਏ ਜੇ ਕਿਤੇ ਕੋਈ 10-15 ਅੱਡ-ਅੱਡ ਪਾਰਟੀਆਂ ਸੱਤਾ 'ਚ ਰਹੀਆਂ ਹੋਣ, ਦੋਵੇਂ ਪਾਰਟੀਆਂ ਸੱਤਾ ਦੇ ਵਿੱਚ ਰਹੀਆਂ ਹੋਣ, ਕਾਂਗਰਸ ਰਹੀ ਹੈ, ਪਹਿਲਾਂ ਅਕਾਲੀ ਦਲ ਰਹੀ ਹੈ। ਮੈਂ ਪਹਿਲੇ ਗੱਲ ਕਹਿਤੀ ਕਿ ਦੋਹਾਂ ਪਾਰਟੀਆਂ ਨੂੰ ਗੱਲ ਮੰਨਣੀ ਚਾਹੀਦੀ ਹੈ ਕਿ ਦੋਹਾਂ ਦੀਆਂ ਸਰਕਾਰਾਂ ਦੇ ਵਿੱਚ ਮਾਹੌਲ ਬਣਿਆ। ਚੀਮਾ ਸਾਹਿਬ ਨੇ ਬੜੇ ਇੱਕ ਪਾਰਟੀਕੂਲਰ ਰੋਪੜ ਹਲਕੇ ਦੀ ਗੱਲ ਕੀਤੀ ਹੈ। ਚੀਮਾ ਸਾਹਿਬ, ਨਾ ਤਾਂ ਅਸੀਂ ਅੱਜ ਇੱਕ ਪਾਰਟੀਕੂਲਰ ਹਲਕੇ ਦੀ ਬਹਿਸ ਕਰ ਰਹੇ ਹਾਂ, ਤੇ ਪੂਰੇ ਪੰਜਾਬ ਦੇ ਮਾਹੌਲ ਦੀ ਗੱਲ ਕਰ ਰਹੇ ਹਾਂ। ਨਾ ਤਾਂ ਅਕਾਲੀ ਦਲ ਡਿਨਾਈ ਕਰ ਸਕਦਾ ਕਿ ਉਹਨਾਂ ਦੇ ਸਮੇਂ ਦੇ ਵਿੱਚ ਸੂਬੇ ਦੇ ਵਿੱਚ
ਐਸੀਆਂ ਘਟਨਾਵਾਂ ਨਹੀਂ ਹੋਈਆਂ ਨੇ ਤੇ ਕਾਂਗਰਸ ਦੇ ਵਿੱਚ ਤਾਂ ਹੁਣ ਤੁਹਾਡੇ ਸਾਹਮਣੇ ਹੀ ਹੈ ਜੋ ਹੋ ਰਹੀਆਂ ਨੇ। ਸੋ ਪਹਿਲੀ ਗੱਲ ਸਾਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਅਸੀਂ ਉਹ ਡੈਮੋਕ੍ਰੈਟਿਕ ਮਾਹੌਲ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਵਿੱਚ, ਖਾਸ ਤੌਰ ਤੇ ਵੈਸੇ ਤਾਂ ਪਿੰਡਾਂ ਦੀਆਂ ਦੇ ਵਿੱਚ ਵੀ, ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ ਦੇ ਚੋਣਾਂ ਦੇ ਵਿੱਚ, ਦੋਵਾਂ ਪਾਰਟੀਆਂ ਦੀ ਸਰਕਾਰਾਂ ਦੇ ਵਿੱਚ ਇਹ ਮਾਹੌਲ ਜਿਹੜਾ ਉਹ ਨਹੀਂ ਦਿੱਤਾ ਗਿਆ ਹੁਣ ਤੱਕ, ਜਿਸ ਤਰ੍ਹਾਂ ਦਾ ਮਾਹੌਲ ਦੇਣਾ ਚਾਹੀਦਾ ਸੀਗਾ ਵੋਟਰਾਂ ਨੂੰ ਔਰ ਜਿਹੜੇ ਉਮੀਦਵਾਰ ਨੇ, ਜਿਹੜੇ ਨੁਮਾਇੰਦੇ ਬਣਨ ਦੇ ਇੱਛੁਕ ਨੇ, ਉਹਨਾਂ ਨੂੰ ਬਿਲਕੁਲ ਡੈਮੋਕ੍ਰੈਟਿਕ ਮਾਹੌਲ ਨਹੀਂ ਦਿੱਤਾ ਗਿਆ। ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਸਵੈਚ ਸਾਹਿਬ ਨੇ ਕਿਹਾ ਕਿ ਸਟੇਟ ਇਲੈਕਸ਼ਨ ਕਮਿਸ਼ਨ ਚੋਣਾਂ ਕਰਵਾਉਂਦਾ, ਚੋਣਾਂ ਚਾਹੇ ਸਟੇਟ ਇਲੈਕਸ਼ਨ ਕਮਿਸ਼ਨ ਕਰਵਾਉਂਦਾ, ਪਰ ਜਿਹੜਾ ਉੱਥੇ ਲਾਅ ਐਂਡ ਆਰਡਰ ਹੈ, ਪੁਲਿਸ ਹੈ, ਉਹ ਤਾਂ ਸਟੇਟ ਦੀ ਹੈ ਨਾ। 144 ਲੱਗੀ ਹੁੰਦੀ ਹੈ ਸੈਕਟਰੀਏਟ ਦੇ ਨੇੜੇ, ਇੱਥੇ ਆਪਾਂ ਕਾਗਜ਼ ਭਰਦੇ ਆ, 144 ਲੱਗੀ ਹੋਣ ਦੇ ਬਾਵਜੂਦ ਉੱਥੇ ਇੰਨਾ ਅਸਲਾ ਪਹੁੰਚ ਕਿਵੇਂ ਗਿਆ? ਸੋ ਇਹ ਜਿਹੜਾ ਸਰਕਾਰ ਜੋ ਕਰਵਾਉਂਦੀ ਹੈ ਉਹੀ ਪਹਿਲਾਂ ਹੁੰਦਾ ਰਿਹਾ, ਉਹੀ ਹੁਣ ਹੋ ਰਿਹਾ। ਸੋ ਜੇਕਰ ਅਸੀਂ ਵਾਕਈ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਯੂਪੀ ਬਿਹਾਰ ਦੀ ਗੱਲ ਕੀਤੀ ਹੈ, ਜੇ ਤਾਂ ਅਸੀਂ ਉਸ ਪਾਸੇ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ, ਫਿਰ ਤਾਂ ਜਿਹੜੀਆਂ ਸੱਤਾ ਦੇ ਵਿੱਚ ਕੋਈ ਪਾਰਟੀ ਹੋਵੇ ਫਿਰ ਤਾਂ ਆਹ ਕੁਛ ਜਿਹੜਾ ਕਰ ਸਕਦੀ ਹੈ। ਪਰ ਜੇ ਅਸੀਂ ਪੰਜਾਬ ਨੂੰ, ਜਿੱਥੇ ਪੰਜਾਬ ਸੀਗਾ, ਸਹੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਸਾਨੂੰ ਇਹ ਜਿਹੜੀ ਇਹੋ ਜਿਹੀ ਗੁੰਡਾਗਰਦੀ ਚੋਣਾਂ ਦੇ ਵਿੱਚ ਹੈ ਉਹ ਬੰਦ ਕਰਨੀ ਚਾਹੀਦੀ ਹੈ। ਇਸ ਤਰੀਕੇ ਨਾਲ ਚੋਣਾਂ ਲੁੱਟ ਕੇ ਨਾ ਅਸੀਂ ਪੰਜਾਬ ਦਾ ਭਲਾ ਕਰ ਸਕਦੇ ਹਾਂ, ਨਾ ਅਸੀਂ ਸ਼ਹਿਰਾਂ ਦਾ ਭਲਾ ਕਰ ਸਕਦੇ ਹਾਂ। ਜਿਹੜੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਬਿਆਨ ਆਇਆ ਕਿ ਸਰਕਾਰ ਡਰ ਗਈ ਹੈ, ਸਰਕਾਰ ਦਾ ਡਰਨਾ ਤਾਂ ਇਹ ਚੀਜ਼ਾਂ ਹੁੰਦੀਆਂ ਕਿਉਂ ਹੈ? ਇਹ ਚੀਜ਼ਾਂ ਇਸ ਕਰਕੇ ਹੁੰਦੀਆਂ ਨੇ ਜਦੋਂ ਅਸੀਂ ਲੋਕਾਂ ਲਈ ਕੁਝ ਕੀਤਾ ਨਹੀਂ ਹੁੰਦਾ। ਸ਼ਹਿਰਾਂ ਦੀਆਂ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਅੱਜ, ਸ਼ਹਿਰਾਂ ਦੀ ਹਾਲਤ ਇਹ ਹੈ ਕਿ ਸ਼ਹਿਰੀਕਰਨ ਵੱਲ ਜਾਣਾ ਤਾਂ ਦੂਰ ਦੀ ਗੱਲ, ਸ਼ਹਿਰ ਸ਼ਬਦ ਹੈ, ਲੋਕ ਪਿੰਡਾਂ ਤੋਂ ਸ਼ਹਿਰ ਵੱਲ ਸਹੂਲਤਾਂ ਦੇ ਲਈ ਆਉਂਦੇ ਆ, ਪਰ ਸ਼ਹਿਰਾਂ ਦੇ ਵਿੱਚ ਅੱਜ ਜਿਹੜਾ ਪੀਣ ਵਾਲਾ ਪਾਣੀ ਨਹੀਂ ਢੰਗ ਦਾ ਮਿਲਦਾ, ਸ਼ਹਿਰਾਂ ਦੇ ਵਿੱਚ ਕਿਤੇ ਸੀਵਰੇਜ ਢੰਗ ਦੇ ਨਹੀਂ ਹੈ, ਸ਼ਹਿਰਾਂ ਦੇ ਵਿੱਚ ਕਿਤੇ ਜਿਹੜਾ ਕੂੜੇ ਦਾ ਬੰਦੋਬਸਤ ਚੰਗਾ ਨਹੀਂ ਹੈ, ਸ਼ਹਿਰਾਂ ਦੇ ਵਿੱਚ ਕਿਤੇ ਚੰਗੇ ਪਾਰਕ ਨਹੀਂ ਬਣਾਏ ਜਾ ਰਹੇ। ਜਦੋਂ ਤੁਸੀਂ ਸ਼ਹਿਰਾਂ ਦੇ ਵਿੱਚ ਕੀਤਾ ਹੀ ਕੁਝ ਨਹੀਂ ਹੈ, ਫਿਰ ਤੁਸੀਂ ਆਪ ਹੀ ਲੋਕਾਂ ਦੇ ਵਿੱਚ ਵੋਟਾਂ ਮੰਗਣ ਤੋਂ ਡਰੋਗੇ, ਲੋਕ ਤੁਹਾਨੂੰ ਵੋਟ ਨਹੀਂ ਦੇਣਗੇ। ਜੇ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਇਹ ਹਾਲਾਤ ਨਾ ਬਣਦੇ। ਸ਼ਹਿਰੀਕਰਨ ਦੇ ਨਾਂ ਤੇ ਇਲੈਕਸ਼ਨ ਲੜ ਰਹੇ ਆ, ਪਰ ਕੀਤਾ ਕੁਝ ਹੈ ਨਹੀਂ। ਸ਼ਹਿਰਾਂ ਦੀ ਹਾਲਤ ਤੁਸੀਂ ਬਦਤਰ ਕੀਤੀ ਹੋਈ ਹੈ, ਫਿਰ ਤੁਸੀਂ ਡਰੋਗੇ, ਫਿਰ ਤੁਸੀਂ ਬਾਕੀ ਇਸ ਤਰੀਕੇ ਨਾਲ ਜਿਹੜੀਆਂ ਚੋਣਾਂ ਦੋ ਸਵਾਲਾਂ ਦਾ ਜਵਾਬ। ਠੀਕ ਹੈ, ਦੋ ਸਵਾਲਾਂ ਦਾ ਜਿਹੜਾ ਇੱਕ ਆਮ ਆਦਮੀ ਪਾਰਟੀ ਨੇ ਐਲੀਗੇਸ਼ਨ ਲਾਇਆ ਕਿ ਤੁਸੀਂ ਕੁਝ ਕੀਤਾ ਨਹੀਂ ਹੈ, ਜੇ ਕੀਤਾ ਹੁੰਦਾ ਤਾਂ ਜੇ ਹਾਲਾਤ ਬਣਾਉਣ ਦੀ ਜ਼ਰੂਰਤ ਨਹੀਂ ਸੀ। ਕਹਿੰਦੇ ਨੇ ਕਿ ਇਲੈਕਸ਼ਨ ਲੁੱਟਣ ਦੀ ਜ਼ਰੂਰਤ ਨਹੀਂ ਸੀ, ਤੁਸੀਂ ਕੰਟੈਸਟ ਕਰਦੇ ਜੇ ਤੁਸੀਂ ਕੁਝ ਕੀਤਾ ਹੁੰਦਾ। ਪਹਿਲਾ ਸਵਾਲ। ਦੂਜਾ ਸਵਾਲ ਜਿਹੜਾ ਵਾਰ-ਵਾਰ ਇਹੀ ਆ ਰਿਹਾ ਕਿ ਇਹ ਤੁਸੀਂ ਤੈਅ ਕਰਨਾ ਸੀਗਾ ਕਿ ਚੋਣਾਂ ਕਦੋਂ ਕਰਾਉਣੀਆਂ ਨੇ। ਆਲਰੇਡੀ 6 ਮਹੀਨੇ ਲੇਟ ਹੋ ਗਈਆਂ ਨੇ, 6 ਮਹੀਨੇ ਹੋਰ ਲੇਟ ਹੋ ਜਾਂਦੀਆਂ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਵਾਲਾ ਜਿਹੜਾ ਸਮਾਂ ਹੈ, ਇਹ ਸਮਾਂ ਗਲਤ ਹੈਗਾ ਸਥਾਨਕ ਚੋਣਾਂ ਦੇ ਲਈ? ਕਿਉਂਕਿ ਪਾਰਟੀਆਂ ਤਾਂ ਐਲੀਗੇਸ਼ਨ ਇਹ ਤੁਹਾਨੂੰ ਲਾ ਰਹੀਆਂ ਨੇ ਤੁਸੀਂ ਕੇਂਦਰ ਸਰਕਾਰ ਦੀ ਮਦਦ ਕਰ ਰਹੇ ਹੋ। ਇਹ ਪਹਿਲਾਂ ਵੀ ਐਲੀਗੇਸ਼ਨ ਲੱਗਦੇ ਰਹੇ ਨੇ, ਇਹਨਾਂ ਚੋਣਾਂ ਨੂੰ ਕਰਵਾ ਕੇ ਤੁਸੀਂ ਕੇਂਦਰ ਦੀ ਮਦਦ ਕਰ ਰਹੇ ਹੋ ਤਾਂ ਜੋ ਲੋਕਾਂ ਦਾ ਧਿਆਨ ਐਜੀਟੇਸ਼ਨ ਤੋਂ ਹਟ ਕੇ ਚੋਣਾਂ ਵੱਲ ਜ਼ਿਆਦਾ ਲੱਗ ਜੇ। ਪਹਿਲੀ ਗੱਲ ਦਾ ਤੁਹਾਡੀ ਦਾ ਜਵਾਬ ਕਿ ਤੁਸੀਂ ਕੀਤਾ ਕੁਝ ਨਹੀਂ ਹੈਗਾ, ਇਹਦਾ ਫੈਸਲਾ ਇਹ ਚੱਡਾ ਸਾਹਿਬ ਨੇ ਕਿਹਾ ਜੀ, ਮੈਂ ਨਹੀਂ ਕਿਹਾ, ਇਹ ਸਵਾਲ ਉਹਨਾਂ ਦਾ। ਲੋਕ ਕਰਨਗੇ, ਵੋਟਾਂ 'ਚ ਹੋਏਗਾ, ਲੋਕ ਜੋ ਕੰਮ ਨੂੰ ਦੇਖ ਕੇ ਵੋਟ ਪਾਉਣਗੇ, ਉਹਦਾ ਜਿਹੜਾ ਰਿਜ਼ਲਟ ਹੈਗਾ ਉਹ ਉਸ ਤੋਂ ਪਤਾ ਲੱਗੇਗਾ ਕਿ ਕੰਮ ਕੀਤਾ ਜਾਂ ਨਹੀਂ ਕੀਤਾ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਇਹ ਚੋਣਾਂ ਕਿਉਂ ਕਰਵਾ ਰਹੇ ਹੋ, ਚੀਮਾ ਸਾਹਿਬ ਬੈਠੇ ਨੇ ਇੱਥੇ, ਇਹਨਾਂ ਨੂੰ ਵੀ ਪਤਾ ਹੋਏਗਾ ਕਿ ਇਹ ਸੰਵਿਧਾਨਿਕ ਰਿਕੁਆਇਰਮੈਂਟ ਹੈਗੀ ਹੈ ਜਿਹੜੀਆਂ ਚੋਣਾਂ ਕਰਵਾਉਣ ਦੀ, ਤੇ ਪਹਿਲਾਂ ਹੀ ਓਵਰਡਿਊ ਸੀਗੀਆਂ। ਇਹ ਇੱਕ ਸੰਵਿਧਾਨਿਕ ਰਿਕੁਆਇਰਮੈਂਟ ਪੂਰੀ ਕਰਨ ਵਾਸਤੇ ਚੋਣਾਂ ਕਰਾਉਣੀਆਂ ਪੈਂਦੀਆਂ ਨੇ, ਕਰਵਾਈਆਂ ਨੇ। ਇਸੇ ਕਰਕੇ ਸ਼ਾਇਦ ਕਿਸੇ ਵੀ ਪੋਲੀਟੀਕਲ ਪਾਰਟੀ ਜਿਹੜੀ ਆਪੋਜੀਟ ਪਾਰਟੀਆਂ ਨੇ, ਆਪੋਜੀਸ਼ਨ ਹੈਗੀ ਹੈ, ਇਹ ਡਿਮਾਂਡ ਨਹੀਂ ਕੀਤੀ ਕਿ ਇਹਨਾਂ ਨੂੰ ਤੁਸੀਂ ਮੁਲਤਵੀ ਕਰ ਦਿਓ, ਹੋਰ ਕੀ ਕਰ ਦਿਓ। ਇਹ ਗਲਤ। ਤੀਜੀ ਗੱਲ ਜੋ ਤੁਸੀਂ ਸਵਾਲ ਤੁਹਾਡਾ ਮੈਨੂੰ ਚੇਤੇ ਨਹੀਂ ਕੀ ਸੀਗਾ? ਨਹੀਂ ਇੱਕ ਗੱਲ ਦਾ ਜਵਾਬ ਦਿਓ ਸਵੈਚ ਸਾਹਿਬ, ਇੱਕ ਗੱਲ ਦਾ ਜਵਾਬ ਦਿਓ। ਇਹ ਜਿਹੜਾ ਤੁਸੀਂ ਪਹਿਲਾ ਸਵਾਲ ਹੈ, ਤੁਸੀਂ ਕਹਿ ਰਹੇ ਹੋ ਕਿ ਇਹ ਲੋਕ ਤੈਅ ਕਰਨਗੇ ਕਿ ਅਸੀਂ ਕੰਮ ਕੀਤਾ ਕਿ ਨਹੀਂ ਕੀਤਾ। ਇਹਨਾਂ ਦਾ ਤਾਂ ਐਲੀਗੇਸ਼ਨ ਇਹ ਹੈ ਕਿ ਜੇ ਤੁਸੀਂ ਕੰਮ ਕੀਤਾ ਹੁੰਦਾ ਤਾਂ ਜਿਹੀ ਗੜਬੜੀ ਨਾ ਹੁੰਦੀ, ਤੁਸੀਂ ਨਾਮਜ਼ਦਗੀਆਂ ਭਰਨ ਦਿੰਦੇ ਸਭ ਨੂੰ। ਤੁਸੀਂ ਨਾਮਜ਼ਦਗੀਆਂ ਇਸੇ ਲਈ ਨਹੀਂ ਭਰਨ ਦੇ ਰਹੇ ਕਿਉਂਕਿ ਤੁਸੀਂ ਕੁਝ ਕੀਤਾ ਨਹੀਂ, ਤੁਸੀਂ ਹਾਰ ਸਕਦੇ ਹੋ, ਇਸ ਗੱਲ ਨੂੰ ਲੈ ਕੇ ਤੁਸੀਂ ਨਾਮਜ਼ਦਗੀਆਂ ਨਹੀਂ ਭਰਨ ਦੇ ਰਹੇ। ਜੇ ਤੁਸੀਂ ਕੁਝ ਕੀਤਾ, ਲੋਕ ਤੈਅ ਕਰਨਗੇ ਤਾਂ ਸ਼ਾਂਤੀਪੂਰਵਕ ਤਰੀਕੇ ਨਾਲ ਕਰ ਲੈਣ ਦਿਓ, ਇਲੈਕਸ਼ਨ ਹੋ ਲੈਣ ਦਿਓ। ਪੂਰੇ ਪੰਜਾਬ ਦੇ ਵਿੱਚ ਆ ਗਿਣਵੀਆਂ ਚੁਣਵੀਆਂ ਚੋਣਵੀਆਂ ਚੰਦ ਜਿਹੜੀਆਂ ਹੈਗੀਆਂ ਮੰਦਭਾਗੀਆਂ ਘਟਨਾਵਾਂ ਹੋਈਆਂ ਨੇ। ਸੇ ਓਵਰਆਲ ਬਾਈ ਐਂਡ ਲਾਰਜ ਬੜਾ ਪੀਸਫੁਲ ਜਿਹੜਾ ਸਾਰਾ ਇਹ ਚੱਲ ਰਿਹਾ ਪ੍ਰੋਸੈਸ, ਕਿਤੇ ਕੋਈ ਵੱਡੀ ਗੱਲ ਨਹੀਂ ਹੋਈ ਹੈਗੀ ਹੈ। ਆ ਜਿਹੜੇ ਘਟਨਾਵਾਂ ਤੁਸੀਂ ਆ ਚੰਦ ਘਟਨਾਵਾਂ ਨੇ ਇਹ ਮੰਦਭਾਗੀਆਂ ਨੇ, ਮੈਂ ਬਾਰ-ਬਾਰ ਕਹਿ ਰਿਹਾ ਮੰਦਭਾਗੀਆਂ ਨੇ, ਨਹੀਂ ਹੋਣੀਆਂ ਚਾਹੀਦੀਆਂ, ਸਖਤੀ ਕੀਤੀ ਜਾਊਗੀ। ਇਸ ਕਰਕੇ ਇਹ ਨਾ ਕਹੋ ਕਿ ਅਸੀਂ ਜਿਹੜਾ ਹੈਗਾ ਕੋਈ ਕਿਸੇ ਨੂੰ ਡਰਾ ਰਹੇ ਹਾਂ, ਧਮਕਾ ਰਹੇ ਹਾਂ ਜਾਂ ਇੰਟੀਮੀਡੇਟ ਕਰ ਰਹੇ ਹਾਂ, ਨਹੀਂ।
ਐਸੀ ਕੋਈ ਗੱਲ ਨਹੀਂ। ਬਾਈ ਐਂਡ ਲਾਰਜ ਇਲੈਕਸ਼ਨ ਜਿਹੜਾ ਹੈਗਾ ਬੜਾ ਪੀਸਫੁਲ ਹੋ ਰਿਹਾ ਹੈ। ਬੋਲੋ ਛੁੱਟ ਛੱਡ ਗਏ ਸਭ ਤੋਂ ਪਹਿਲਾਂ ਤਾਂ ਜਿਹੜੀ ਸਵੈਚ ਸਾਹਿਬ ਨੇ ਪਹਿਲੀ ਗੱਲ ਤੇ ਕੀਤੀ ਹੈ ਕਿ ਜਿਹੜੀ ਤੀਜੀ ਗੱਲ ਦੇਖੋ, ਚੌਥੀ ਇਹ ਗੱਲ ਲੋਕ ਤੁਸੀਂ- ਡਿਸਾਈਡ ਇਹ ਕਰਨਗੇ। ਜਿਹੜਾ ਸਵਾਲ ਜਿਹੜਾ ਹੈ, ਇੱਕ ਮਿੰਟ ਸਵੈਚ ਸਾਹਿਬ, ਹਾਂ ਬੋਲੋ ਪਹਿਲਾਂ ਜਲਦੀ। ਜਿਹੜੀ ਸਵੈਚ ਸਾਹਿਬ ਨੇ ਗੱਲ ਕੀਤੀ ਹੈ ਕਿ ਇਹ ਲੋਕ ਡਿਸਾਈਡ ਕਰਨਗੇ ਹਾਂ। ਕਿ ਕੰਮ ਕੀਤਾ ਜਾਂ ਨਹੀਂ ਕੀਤਾ। ਅਸੀਂ ਵੀ ਤਾਂ ਉਹੀ ਕਹਿ ਰਹੇ ਹਾਂ ਨਾ ਕਿ ਲੋਕਾਂ ਨੂੰ ਡਿਸਾਈਡ ਕਰਨ ਦਿਓ, ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ, ਲੋਕਾਂ ਨੂੰ ਡਿਸਾਈਡ ਕਰਨ ਦਿਓ। ਲੋਕ ਤਾਂ ਡਿਸਾਈਡ ਕਰਨਗੇ ਜੇਕਰ ਉਹਨਾਂ ਨੂੰ ਮਾਹੌਲ ਦਿੱਤਾ ਜਾਵੇ ਡਿਸਾਈਡ ਕਰਨ ਦਾ। ਜਿੱਥੇ ਤੱਕ ਦੂਜੀ ਗੱਲ ਇਹਨਾਂ ਨੇ ਕਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਦੀ ਘਟਨਾ ਦੇ ਨਾਲ ਅਸੀਂ ਜਿਹੜਾ ਉਹ ਨਹੀਂ ਤੈਅ ਨਹੀਂ ਕਰ ਸਕਦੇ। ਸਵੈਚ ਸਾਹਿਬ, ਪੰਜਾਬ ਜਿਹੜਾ ਉਹ ਕੋਈ ਜ਼ਿਆਦਾ ਵੱਡੀ ਸਟੇਟ ਨਹੀਂ ਹੈ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੈਸੇਜ ਜਿਹੜਾ ਉਹ ਸੋਸ਼ਲ ਮੀਡੀਆ ਤੇ ਮੀਡੀਆ ਤੇ ਤੁਰੰਤ ਪਹੁੰਚਦਾ। ਜੇ ਇੱਕ ਜਗ੍ਹਾ ਘਟਨਾ ਹੁੰਦੀ ਹੈ ਤਾਂ ਟੈਰਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਮਚਦਾ। ਜੇ ਨਾਲੇ ਇੱਕ ਜਗ੍ਹਾ ਨਹੀਂ, ਕਾਫੀ ਜਗ੍ਹਾ ਘਟਨਾ ਹੋਈ। ਗੁੰਡਾਗਰਦੀ ਜਲਾਲਾਬਾਦ ਹੋਈ ਹੈ ਜਾਂ ਦੂਜੀਆਂ 2 ਥਾਵਾਂ ਤੇ ਹੋਈ ਹੈ ਤਾਂ ਉਹਦਾ ਮੈਸੇਜ ਪੂਰੇ ਪੰਜਾਬ ਦੇ ਵਿੱਚ ਜਾਂਦਾ। ਪੂਰੇ ਪੰਜਾਬ ਦੇ ਵਿੱਚ ਜਿਹੜੇ ਸ਼ਾਂਤੀ ਪਸੰਦ ਲੋਕ ਹੈ, ਉਹ ਸ਼ਾਂਤੀ ਪਸੰਦ ਪਰਿਵਾਰ ਹੈ, ਉਹ ਆਪਣੇ ਮੈਂਬਰਾਂ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਗੁੰਡਾਗਰਦੀ ਹੋ ਰਹੀ ਹੈ, ਅਸੀਂ ਨਾ ਚੋਣਾਂ 'ਚ ਪਾਰਟਿਸਿਪੇਟ ਨਾ ਕਰੀਏ, ਅਸੀਂ ਘਰੋਂ ਚੋਣ ਮੀਟਿੰਗਾਂ 'ਚ ਨਾ ਜਾਈਏ, ਅਸੀਂ ਜਿਹੜਾ ਕਿਸੇ ਉਮੀਦਵਾਰ ਦੇ ਨਾਲ ਨਾ ਚੱਲੀਏ, ਅਸੀਂ ਆਪਣੀ ਆਵਾਜ਼ ਜਿਹੜੀ ਆ ਉਹ ਨਾ ਰੱਖੀਏ ਕਿਉਂਕਿ ਗੁੰਡਾਗਰਦੀ ਹੋ ਰਹੀ ਹੈ। ਸੋ ਇਹ ਜਿਹੜੀ ਇੱਕ ਪੂਰੇ ਪੰਜਾਬ ਦੇ ਵਿੱਚ ਡਰ ਦਾ ਮੈਸੇਜ ਦੇਣ ਦੇ ਲਈ ਇੱਕ ਘਟਨਾ ਹੀ ਕਾਫੀ ਹੁੰਦੀ ਹੈ। ਜੇਕਰ ਤੁਸੀਂ ਵਾਕਈ ਚਾਹੁੰਦੇ ਆ ਕਿ ਕੰਮਾਂ ਦੇ ਆਧਾਰ ਤੇ ਵੋਟ ਹੋਵੇ ਤਾਂ ਉਹਦੇ ਲਈ ਵਧੀਆ ਮਾਹੌਲ ਦੇਣਾ ਤੁਹਾਡਾ ਫਰਜ਼ ਹੈ, ਤੁਹਾਡੀ ਡਿਊਟੀ ਹੈ। ਠੀਕ ਹੈ। ਇੱਕ ਮਿੰਟ ਆਇਆ, ਮੈਂ ਸਵੈਚ ਸਾਹਿਬ ਦਾ ਜਵਾਬ ਤੁਹਾਡੇ ਤੋਂ ਲੈ ਲਾਂ। ਮੈਂ ਚੀਮਾ ਸਾਹਿਬ ਤੋਂ ਵੀ ਇੱਕ ਸਵਾਲ ਲੈ ਲਾਂ, ਨਾਲ ਇਕੱਠਾ ਹੀ ਜਵਾਬ ਦੇ ਦਿਓ। ਚੀਮਾ ਸਾਹਿਬ, ਸਵਾਲ ਇਹ ਹੈ ਕਿ ਜਿਹੜੀਆਂ ਸਥਾਨਕ ਚੋਣਾਂ ਹੁੰਦੀਆਂ ਨੇ, ਸਥਾਨਕ ਮੁੱਦਿਆਂ ਤੇ ਚੋਣਾਂ ਲੜੀਆਂ ਜਾਂਦੀਆਂ ਨੇ, ਪਰ ਸਥਾਨਕ ਮੁੱਦੇ ਤਾਂ ਗਾਇਬ ਨਜ਼ਰ ਆਉਂਦੇ ਨੇ। ਕਿਸੇ ਮੁੱਦੇ ਦੀ ਕੋਈ ਚਰਚਾ ਹੀ ਨਹੀਂ ਹੋ ਰਹੀ, ਕੋਈ ਗੱਲ ਹੀ ਨਹੀਂ ਹੋ ਰਹੀ। ਕਿਹਨਾਂ ਮੁੱਦਿਆਂ ਤੇ ਇਲੈਕਸ਼ਨ ਹੋ ਰਹੀ ਹੈ, ਇਹ ਵੀ ਲੋਕਾਂ ਨੂੰ ਸਮਝਣਾ ਪੈ ਰਿਹਾ ਕਿ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਹੋਈ ਸੀ ਉਹੀ ਮੁੱਦੇ ਨੇ, ਸਥਾਨਕ ਮੁੱਦੇ ਨੇ, ਉਹ ਸਥਾਨਕ ਮੁੱਦੇ ਗਾਇਬ ਕਿਉਂ ਹੋ ਜਾਂਦੇ ਨੇ। ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਨਹੀਂ ਹੈ। ਇਹ ਦੇਖੋ, ਇੱਕ ਤਾਂ ਇਹ ਗੱਲ ਹੈ ਕਿ ਇਹ ਨਹੀਂ ਹੈ ਕਿ ਸਥਾਨਕ ਮੁੱਦੇ ਨਹੀਂ ਡਿਸਕਸ ਹੁੰਦੇ। ਇਹਨਾਂ ਚੋਣਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਸ਼ਹਿਰ ਦੀਆਂ ਸਹੂਲਤਾਂ, ਸ਼ਹਿਰ ਦੇ ਕੰਮ, ਸ਼ਹਿਰ ਦੀ ਡਿਵੈਲਪਮੈਂਟ, ਉਹ ਸਾਰਾ ਮਿਊਨਿਸਪਲ ਕਮੇਟੀ ਦੇ ਕੰਮਾਂ ਦਾ ਲੇਖਾ ਜੋਖਾ ਹਮੇਸ਼ਾ ਹੁੰਦਾ। ਪਰ ਇਸ ਵੇਲੇ ਜਦੋਂ ਚੋਣਾਂ ਹੋ ਰਹੀਆਂ, 4.25 ਸਾਲ ਸਰਕਾਰ ਦੇ ਪੂਰੇ ਹੋ ਚੁੱਕੇ। ਸੋ ਕੁਦਰਤੀ ਗੱਲ ਹੈ ਕਿ 4.25 ਸਾਲ ਦੀ ਕਾਂਗਰਸ ਦੀ ਕਾਰਗੁਜ਼ਾਰੀ ਜਿਹੜੀ ਹੈ, ਇਸ ਤੋਂ ਬਾਅਦ ਇਹ ਇਲੈਕਸ਼ਨਾਂ ਖਤਮ ਹੋਣੀਆਂ ਤੇ ਨਾਲ ਦੀ ਨਾਲ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ, ਕਿਉਂਕਿ ਉਸ ਤੋਂ 6-7 ਮਹੀਨੇ ਬਾਅਦ ਦੂਜਾ ਮੈਦਾਨ ਭਖ ਜਾਣਾ। ਇਸ ਕਰਕੇ ਇਸ ਵੇਲੇ ਦੋਵੇਂ ਚੀਜ਼ਾਂ ਇਕੱਠੀਆਂ ਡਿਸਕਸ ਹੋਣੀਆਂ ਨੈਚੁਰਲ ਹੈ ਕਿ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੈ ਉਹ ਵੀ ਆਪਣੇ ਥਾਂ ਆ, ਉਹਦੇ ਨਾਲ ਨਾਲ ਸੂਬੇ ਦਾ ਜਿਹੜੀ ਸਰਕਾਰ ਨੇ ਕਿੰਨਾ ਕੁ ਕੰਮ ਕੀਤਾ ਉਹ ਵੀ ਨਾਲ ਦੀ ਨਾਲ ਡਿਸਕਸ ਹੋਏਗਾ। ਚੀਮਾ ਸਾਹਿਬ, ਹੁਣ ਜਿਹੜਾ ਜੋ ਅੱਜ ਘਟਨਾਵਾਂ ਹੋਈਆਂ ਨੇ, ਉਹਨਾਂ ਘਟਨਾਵਾਂ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਬੜਾ ਸ਼ਾਂਤੀਪੂਰਵਕ ਮਾਹੌਲ ਬਣ ਜਾਏਗਾ ਦੁਬਾਰਾ, ਜਾਂ ਇਦਾਂ ਦਾ ਮਾਹੌਲ ਬਣ ਜਾਏਗਾ ਕਿ ਤੁਸੀਂ ਇਲੈਕਸ਼ਨ ਸਹੀ ਤਰ੍ਹਾਂ ਕੰਟੈਸਟ ਕਰ ਸਕੋ? ਜਿਹੜੀ ਗੱਲ ਚੱਡਾ ਸਾਹਿਬ ਨੇ ਕਹੀ ਹੈ, ਇੱਕ ਡਰ ਇੱਕ ਸਹਿਮ ਵਾਲਾ ਮਾਹੌਲ ਹੈ ਜਿਹੜਾ ਉਹ ਆਮ ਲੋਕਾਂ ਤੇ ਜ਼ਰੂਰ ਪੈਂਦਾ। ਉਹਨਾਂ ਦੇ ਵਿੱਚ ਭਾਵੇਂ ਉਮੀਦਵਾਰ ਵੀ ਹੋਣ ਜਾਂ ਵੋਟਰ ਵੀ ਹੋਣ, ਉਹਨਾਂ ਤੇ ਪ੍ਰਭਾਵ ਪੈਂਦਾ। ਫਿਰ ਬੰਦਾ ਕਹਿੰਦਾ ਕਿ ਕੀ ਲੈਣਾ ਸੀ ਇਹਨਾਂ ਚੋਣਾਂ ਤੋਂ। ਨਹੀਂ, ਮੈਂ ਚੱਡਾ ਸਾਹਿਬ ਦੀ ਗੱਲ ਨਾਲ 100% ਸਹਿਮਤ ਹਾਂ ਕਿ ਇਹਦਾ ਸ਼ਰੀਫ ਲੋਕਾਂ ਦੇ ਉੱਤੇ ਇੱਕ ਮਾਨਸਿਕ ਤੌਰ ਦੇ ਉੱਤੇ ਡੈਫੀਨਿਟਲੀ ਅਸਰ ਪੈਂਦਾ ਹੀ ਪੈਂਦਾ। ਪਰ ਇਹ ਵੀ ਹੈ ਕਿ ਸਾਡੇ ਪੰਜਾਬੀ ਜਿਹੜੇ ਆ ਉਹ ਇੰਨੇ ਦੱਬਦੇ ਵੀ ਨਹੀਂ। ਜੇ ਗੁੰਡਾਗਰਦੀ ਹੁੰਦੀ ਹੈ ਤਾਂ ਉਹਦਾ ਰਿਐਕਸ਼ਨ ਵੀ ਜ਼ਰੂਰ ਹੁੰਦਾ ਕਿ ਲੋਕੀ ਚੁੱਪ ਕਰ ਜਾਂਦੇ ਨੇ, ਸਰਕਾਰਾਂ ਦੇ ਖਿਲਾਫ ਨਹੀਂ ਬੋਲਦੇ, ਲੇਕਿਨ ਲਾਸਟ ਮੂਮੈਂਟ ਦੇ ਉੱਤੇ ਜਦੋਂ ਪੋਲਿੰਗ ਹੁੰਦੀ ਹੈ ਉਸ ਵੇਲੇ ਫੈਸਲੇ ਜਿਹੜੇ ਆ ਉਹਨੂੰ ਵੀ ਪ੍ਰਭਾਵਿਤ ਕਰਦੇ। ਇਸ ਕਰਕੇ ਜ਼ਿਆਦਾ ਖਤਰਾ ਇਸ ਤੋਂ ਵੀ ਵੱਡਾ ਜਿਹੜਾ ਹੈ, ਜਿਹੜੇ ਅਖੀਰ ਦੇ ਉੱਤੇ ਬਕਸੇ ਚੁੱਕੇ ਜਾਂਦੇ ਆ, ਜਿਹੜੇ ਉਸ ਵੇਲੇ ਬੈਲਟ ਪੇਪਰ ਪਾੜੇ ਜਾਂਦੇ ਆ ਧੱਕੇ ਦੇ ਨਾਲ ਜੀ, ਉਹ ਚੀਜ਼ਾਂ ਨਾ ਹੋਣ ਤੇ ਹਾਲੇ ਵੀ ਇਸ ਗੱਲ ਦੀ ਸਜ਼ਾ ਤਾਂ ਲੋਕੀ ਇਹਨਾਂ ਨੂੰ ਡੈਫੀਨਿਟਲੀ ਦੇ ਦੇਣਗੇ ਕਿ ਇਸ ਲਈ ਕਿ ਤੁਸੀਂ ਗੋਲੀਆਂ ਚਲਾ ਕੇ ਚੋਣਾਂ ਨਹੀਂ ਜਿੱਤ ਸਕਦੇ। ਪਰ ਵੱਡਾ ਖਤਰਾ ਇਹ ਹੈ ਕਿ ਜੇ ਉਹ ਹੀ ਨਾ ਫ੍ਰੀ ਐਂਡ ਫੇਅਰ ਹੋਈ। ਇਸੇ ਕਰਕੇ ਅਸੀਂ ਪੈਰਾਮਿਲਟਰੀ ਫੋਰਸਸ ਦੀ ਮੰਗ ਪਹਿਲੇ ਦਿਨ ਤੋਂ ਕੀਤੀ ਹੈ ਕਿ ਪੈਰਾਮਿਲਟਰੀ ਫੋਰਸਸ ਹੋਣੀ ਚਾਹੀਦੀਆਂ, 100% ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ, ਬੂਥ ਦੇ ਅੰਦਰ ਵੀ ਬੂਥ ਦੇ ਬਾਹਰ ਵੀ। ਫਿਰ ਜਿਹੜੀ ਹੈ ਹਾਲਾਤ ਜਿਹੜੇ ਆ ਉਹ ਫਰਕ ਹੋਣਗੇ। ਇੱਕ ਹੋਰ ਸਵਾਲ, ਜਿਹੜੀ ਗੱਲ ਹੁਣੇ ਸਵੈਚ ਸਾਹਿਬ ਨੇ ਕਹੀ ਹੈ ਕਿ ਸੰਵਿਧਾਨਕ ਜ਼ਰੂਰਤ ਸੀਗੀ, ਇਹਨੂੰ ਅਸੀਂ ਲੇਟ ਨਹੀਂ ਕਰ ਸਕਦੇ, 6 ਮਹੀਨੇ ਪਹਿਲਾਂ ਹੀ ਲੇਟ ਹੋ ਗਿਆ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ, ਤੁਸੀਂ ਮੰਤਰੀ ਵੀ ਰਹੇ ਹੋ, ਤੁਸੀਂ ਲੀਡਰ ਹੋ ਔਰ ਸਿਆਸਤ ਕਰਦੇ ਹੋ ਪਿਛਲੇ ਕਾਫੀ ਸਮੇਂ ਤੋਂ, ਕੀ ਵਾਕਈ ਇਹ ਸੰਵਿਧਾਨਕ ਜ਼ਰੂਰਤ ਸੀ ਕਿ ਇਹਨੂੰ ਡਿਲੇ ਨਹੀਂ ਕੀਤਾ ਜਾ ਸਕਦਾ? ਇਹ ਸਵਾਲ ਵਾਰ-ਵਾਰ ਮੈਂ ਸਾਰਿਆਂ ਤੋਂ ਇਸ ਲਈ ਪੁੱਛ ਰਿਹਾ ਕਿ ਬੜੀ ਚਰਚਾ ਚੱਲ ਰਹੀ ਹੈ ਕਿ ਇਲੈਕਸ਼ਨ ਕਿਉਂ ਕਰਵਾਏ ਜਾ ਰਹੇ ਨੇ। ਬੜੀ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਕਿ ਸਿੱਧੇ ਤੌਰ ਤੇ ਕੇਂਦਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਲੈਕਸ਼ਨ ਕਰਾਏ ਜਾ ਰਹੇ ਨੇ। ਦੇਖੋ, ਗੱਲ ਇਹ ਹੈ ਕਿ ਇਹ ਤਾਂ ਬੈਟਰ ਹੈ, ਤੁਹਾਨੂੰ ਸ਼ਵੇਤ ਸਾਹਿਬ ਦੱਸ ਸਕਦੇ ਆ, ਕਾਂਗਰਸ ਪਾਰਟੀ ਦੱਸੇਗੀ ਕਿ ਕਿਹਦੇ ਨਾਲ ਸਲਾਹਬੱਤ ਹੋਈ ਹੈ। ਲੇਕਿਨ ਇਹ ਠੀਕ ਹੈ ਕਿ ਜਦੋਂ ਹਾਊਸ ਕੰਪਲੀਟ ਹੋ ਜਾਂਦੇ ਆ ਵਿਦਿਨ 6 ਮੰਥ ਇਲੈਕਸ਼ਨ ਜਿਹੜੀਆਂ ਨੇ ਉਹ ਐਜ਼ ਪਰ ਐਕਟ ਕਰਾਉਣੀਆਂ ਹੁੰਦੀਆਂ ਨੇ, ਲੇਕਿਨ ਟਾਈਮ ਸਿਰ ਵੀ ਕਰਵਾ ਸਕਦੇ ਸੀਗੇ। ਇਹ 6 ਮਹੀਨੇ ਵੀ ਫਿਰ ਕਿਉਂ ਲੇਟ ਕੀਤੀ?
ਇਹ ਕੋਈ ਜ਼ਰੂਰੀ ਤਾਂ ਨਹੀਂ, ਇਹ ਤਾਂ ਮੈਕਸਿਮਮ ਪੀਰੀਅਡ ਹੈ। ਐਕਚੁਅਲੀ ਤਾਂ ਸਰਕਾਰ ਨੂੰ ਤਿਆਰੀ ਪਹਿਲਾਂ ਐਡਵਾਂਸ 'ਚ ਹੀ ਕਰਨੀ ਚਾਹੀਦੀ ਹੈ ਕਿ ਜਦੋਂ ਅਗਲਾ ਹਾਊਸ ਖਤਮ ਹੋਣਾ ਹੈ, ਪਤਾ ਹੈ ਹਾਊਸਾਂ ਦੀ ਮਿਆਦ ਫਿਕਸ ਹੈ, ਤੇ ਉਸ ਤੋਂ ਪਹਿਲਾਂ ਪੂਰੀ ਜਿਹੜੀ ਹੈ ਪ੍ਰੋਸੈਸ ਕੰਪਲੀਟ ਕਰਕੇ ਸਮੇਂ ਸਿਰ ਹੀ ਕਰਵਾ ਲੈਂਦੇ। ਬਿਲਕੁਲ। ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਕਿ 6 ਮਹੀਨੇ ਆਪਾਂ ਇੰਤਜ਼ਾਰ ਹੀ ਕਿਉਂ ਕੀਤਾ, ਜੋ ਹੁਣ ਕਹਿ ਰਹੇ ਹਾਂ ਕਿ ਜੇ ਹਾਲਾਤਾਂ ਦੇ ਵਿੱਚ ਸਾਨੂੰ ਇਲੈਕਸ਼ਨ ਕਰਾਣੀ ਪੈ ਰਹੀ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਹਾਨੂੰ ਵੀ ਇਹ ਨਜ਼ਰ ਆਉਂਦਾ ਹੈ ਕਿ ਇਲੈਕਸ਼ਨ ਦੇ ਵਿੱਚ ਹਲੇ ਵੀ ਮੁੱਦੇ ਰਹਿ ਗਏ ਨੇ, ਹਲੇ ਵੀ ਮੁੱਦਿਆਂ ਤੇ ਸਿਆਸਤ ਹੁੰਦੀ ਹੈ, ਮੁੱਦਿਆਂ ਤੇ ਚਰਚਾ ਹੁੰਦੀ ਹੈ? ਨਹੀਂ, ਇਹ ਮੁੱਦਿਆਂ ਤੇ ਨਹੀਂ, ਇਹ ਤੇ ਪੋਲਿਟਿਕਸ ਆ ਸਾਰੀ, ਕਿ ਪਾਰਟੀਆਂ ਕਿਹੜੀਆਂ ਉਹਦੇ ਆਧਾਰ ਤੇ ਹੁੰਦੀਆਂ। ਮੈਂ ਇਹੀ ਗੱਲ ਕਰ ਲਈ, ਉਂਗਲੀ ਖੜੀ ਕੀਤੀ ਸੀਗੀ ਹਰਪ੍ਰੀਤ ਜੀ, ਇਹ ਬੜਾ ਅਹਿਮ ਮੁੱਦਾ ਆ। ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ 2 ਘਰ ਦਿੱਤੇ ਆ, ਇੱਕ ਵੱਡਾ ਘਰ ਦਿੱਤਾ ਆ ਪਾਰਲੀਮੈਂਟ, ਲੋਕ ਸਭਾ ਤੇ ਰਾਜ ਸਭਾ, ਇੱਕ ਸਟੇਟਾਂ 'ਚ ਘਰ ਦਿੱਤੇ ਆ ਆਪਣੇ, ਜਿੰਨੀਆਂ ਮਰਜ਼ੀ ਉਹ ਉੱਥੇ ਜੋ ਵਧੀਆ ਤੋਂ ਵਧੀਆ ਕਾਨੂੰਨ ਬਣਾਉਣੇ ਆ, ਜੇ ਗੁੱਥਾ ਹੋਣਾ ਉੱਥੇ ਹੋ ਲੈਣ, ਜੇ ਇਹਨਾਂ ਨੇ ਮਤਲਬ ਜੋ ਵੀ ਕਰਨਾ ਇਹਨਾਂ ਲਈ ਉਹ ਮੈਦਾਨ ਖੁੱਲ੍ਹਾ ਹੈਗਾ। ਜਿਹੜੀਆਂ ਲੋਕਲ ਬਾਡੀਜ਼ ਹੈ 73rd ਤੇ 74th 73ਵੀਂ 74ਵੀਂ ਅਮੈਂਡਮੈਂਟ ਕੀਤੀ ਇਸੇ ਕਰਕੇ ਸੀ ਕਿ ਪਾਰਟੀਆਂ ਪੋਲਿਟਿਕਸ ਜ਼ਿਆਦਾ ਕਰਦੀਆਂ ਆ ਔਰ ਲੋਕ ਦਾ ਵਿਕਾਸ ਥੱਲੇ ਹੁੰਦਾ ਨਹੀਂ। ਇਸ ਕਰਕੇ ਅਸੀਂ ਡੈਵੋਲੂਸ਼ਨ ਆਫ ਪਾਵਰ ਜਿਹਨੂੰ ਕਹਿੰਦੇ ਆ ਕਿ ਪਾਵਰ ਦਾ ਵਿਕੇਂਦਰੀਕਰਨ ਕਰਕੇ ਪਾਰਟੀਆਂ ਤੋਂ ਹਟਾ ਕੇ, ਅਸੈਂਬਲੀਆਂ ਤੋਂ ਹਟਾ ਕੇ ਅਸੀਂ ਥੱਲਿਓਂ ਡੈਮੋਕ੍ਰੇਸੀ ਨੂੰ, ਲੋਕਤੰਤਰ ਨੂੰ ਮਜ਼ਬੂਤ ਕਰਨਾ। ਉਹਦੇ ਲਈ ਕਿੱਡੀ ਵੱਡੀ ਕਨਸਟੀਟਿਊਸ਼ਨ ਦੇ ਵਿੱਚ ਟੋਟਲ ਐਨ ਜਿਵੇਂ ਅਸੈਂਬਲੀ ਦੇ ਮਿਨਿਸਟਰਾਂ ਦਾ, ਹੋਰ ਦਾ ਸਾਰੇ ਡਿਪਾਰਟਮੈਂਟ ਆ, 29 ਡਿਪਾਰਟਮੈਂਟ ਪੰਚਾਇਤਾਂ ਕੋਲ ਹੈਗੇ ਆ, ਪੂਰੀਆਂ ਮਿਨਿਸਟਰੀਆਂ ਹੈਗੀਆਂ। ਮੇਰੀ ਚੀਮਾ ਸਾਹਿਬ ਨਾਲ ਇੱਕ ਵਾਰੀ ਚੀਮਾ ਸਾਹਿਬ ਨਾਲ ਮੇਰੀ ਇਹ ਤੇ ਗੱਲ ਵੀ ਹੋਈ ਸੀ ਵੀ ਆਪਾਂ ਇਹਨਾਂ ਨੂੰ ਕਿਉਂ ਨਹੀਂ ਉਹ ਆਜ਼ਾਦਾਨਾ ਤੌਰ ਤੇ ਕਰਨ ਦਿੰਦੇ, ਪਾਰਟੀਆਂ ਘਰੇ ਰਹਿਣ, ਪਾਰਟੀਆਂ ਹੋਰ ਕੰਮ ਜਿਹੜੇ ਉਹਨਾਂ ਨੂੰ ਦਿੱਤੇ, ਮਿਨਿਸਟਰਾਂ ਨੂੰ, MLA ਨੂੰ ਦਿੱਤੇ, ਉਹ ਕਰੀ ਜਾਣ। ਪਰ ਪੰਚਾਇਤਾਂ ਵਿੱਚ ਪਾਰਟੀਆਂ ਦਾ ਕੋਈ ਵੀ ਦਖਲ ਨਹੀਂ ਹੋਣਾ ਚਾਹੀਦਾ, ਨਾ ਲੋਕਲ ਬਾਡੀਜ਼ 'ਚ ਹੋਣਾ ਚਾਹੀਦਾ। ਉਹ ਬਿਲਕੁਲ ਤੇ ਬਿਲਕੁਲ ਲੋਕ ਜਿਹੜੇ ਆ ਉਸ ਬੰਦੇ ਨੂੰ ਅੱਗੇ ਲੈਣ, ਭਾਵੇਂ ਯੂਨੈਨਿਮਸ। ਤੁਹਾਨੂੰ ਮੈਂ ਦੱਸਦਾ, ਜੇ ਪਾਰਟੀਆਂ ਵਿੱਚ ਨਾ ਹੋਣਾ, ਅੱਧੀਆਂ ਪੰਚਾਇਤਾਂ ਤੇ ਅੱਧੇ ਕਮੇਟੀਆਂ ਯੂਨੈਨਿਮਸਲੀ ਹੋ ਜਾਣਗੀਆਂ। ਪਤਾ ਲੱਗੂਗਾ ਯਾਰ ਇਹ ਬੰਦਾ ਕੰਮ ਕਰਨ ਵਾਲਾ, ਇਹ ਸਿਆਣਾ ਬੰਦਾ, ਇਹ ਮਿਹਨਤੀ ਹੈ, ਬੇਈਮਾਨ ਨਹੀਂ ਹੈ, ਇਹਨੂੰ ਕੋਈ ਚੌਧਰ ਦੀ ਭੁੱਖ ਨਹੀਂ ਹੈ, ਸਾਰੀ ਸ਼ਾਂਤੀ ਵੀ ਹੋ ਜੂ, ਕਿਤੇ ਗੋਲੀ ਨਹੀਂ ਚੱਲੂ, ਕੁਛ ਨਹੀਂ ਹੋਊ। ਇਹ ਕੰਮ ਹੀ ਪੁੱਠੇ ਪਾਸੇ ਚਲਾ ਗਿਆ ਹੋਇਆ। ਜਦ ਤੱਕ ਅਸੀਂ ਇਹਨੂੰ ਖਿੱਚ ਕੇ ਵਾਪਸ ਉਸ ਜਗ੍ਹਾ ਤੇ ਨਹੀਂ ਲਿਆਉਂਦੇ ਜੋ ਸਾਡੇ ਸੰਵਿਧਾਨ 'ਚ ਅਮੈਂਡਮੈਂਟ ਕਰਕੇ ਉਹਦੀ ਇੰਟੈਂਸ਼ਨ ਹੈ, ਉਹਦੀ ਮਨਸ਼ਾ ਆ, ਉਹ ਮਨਸ਼ਾ ਤੋਂ ਅਸੀਂ ਦੂਰ ਹਟ ਗਏ ਹਾਂ। ਇਸੇ ਕਰਕੇ ਲੜਾਈਆਂ, ਇਸੇ ਕਰਕੇ ਕਿ ਹਰ ਜਗ੍ਹਾ ਮਤਲਬ ਕੋਈ ਵੀ ਜਗ੍ਹਾ ਜਿਹੜੀਆਂ ਸਾਡੀ ਰਾਜਨੀਤੀ ਇੰਨੇ ਉਹ ਹਾਵੀ ਹੈ। ਆ ਜਿਹੜਾ ਬਜਟ ਪਾਸ ਹੋਇਆ, ਮੈਨੂੰ ਅਫਸੋਸ ਨਾ ਕਹਿਣਾ ਪੈਂਦਾ, ਪੂਰੀ ਰਾਜਨੀਤੀ ਆ ਕਿ ਲੋਕਾਂ ਦਾ ਵਿਕਾਸ ਦਾ ਤੇ ਨਾ ਆ, ਐਵੇਂ ਉੱਪਰੋਂ ਛੁਣਾ ਜਿਹੜੀਆਂ ਸੂਬਿਆਂ 'ਚ ਇਲੈਕਸ਼ਨਾਂ ਆਉਣੀਆਂ, ਧੜਾ ਕਿਤੇ 3500 ਕਿਲੋਮੀਟਰ ਸੜਕ ਆ, ਕਿਤੇ 1100 ਕਿਲੋਮੀਟਰ ਸੜਕ ਆ, ਕਿਤੇ ਕਿੰਨੀ ਸੜਕ ਆ, ਜਾਣੀ ਖੁੱਲਾ। ਮਤਲਬ ਕਿ ਇਹ ਰਾਜਨੀਤੀ ਹਰ ਕਿਸਮ ਦਾ ਸਿਆਸੀਕਰਨ, ਤੁਸੀਂ ਬਜਟ ਦਾ ਵੀ ਸਿਆਸੀਕਰਨ ਕਰਤਾ। ਸਾਡੀ ਜੇ ਡੈਮੋਕ੍ਰੇਸੀ ਬਿਲਕੁਲ ਖਤਮ ਹੋ ਜੂਗੀ, ਅਸੀਂ ਇਹ ਰਹਿਣ ਦੇ ਦੇਸ਼ ਕਾਬਲ ਨਹੀਂ ਰਹੂਗਾ। ਫਿਰ ਆਪਾਂ ਪਾਰਟੀਆਂ ਕੀ ਕਰਾਂਗੇ ਤੇ ਕਿੱਧਰ ਨੂੰ ਜਾਵਾਂਗੇ, ਸੋਚਣ ਵਾਲੀ ਗੱਲ ਹੈ। ਚੱਡਾ ਸਾਹਿਬ, ਅੱਜ ਆਲ ਪਾਰਟੀ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਤੁਸੀਂ ਬਾਈਕਾਟ ਕੀਤਾ ਤੁਹਾਡੀ ਪਾਰਟੀ ਨੇ। ਇਸੇ ਲਈ ਤਾਂ ਐਲੀਗੇਸ਼ਨ ਵਾਰ-ਵਾਰ ਤੁਹਾਡੀ ਪਾਰਟੀ ਤੇ ਸੱਤਾਧਾਰੀ ਧਿਰ ਲਾਉਂਦੀ ਹੈ ਕਿ ਤੁਸੀਂ ਗੱਲਬਾਤ ਕਰਨ ਲਈ ਤਿਆਰ ਹੀ ਨਹੀਂ ਹੁੰਦੇ, ਤੁਸੀਂ ਰਾਏ ਨਹੀਂ ਕਰਦੇ, ਤੁਸੀਂ ਇੱਕ ਸੁਰਤਾ ਬਣਾਉਂਦੇ ਹੀ ਨਹੀਂ। ਵੈਸੇ ਤੁਸੀਂ ਕਹਿੰਦੇ ਰਹਿੰਦੇ ਹੋ ਕਿ ਇੱਕ ਸੁਰਤਾ ਨਾਲ ਸਾਨੂੰ ਸਾਰੇ ਕੰਮ ਕਰਨੇ ਚਾਹੀਦੇ ਨੇ, ਪਰ ਇੱਕ ਅਜਿਹੇ ਗੰਭੀਰ ਮੁੱਦੇ ਤੇ ਮੀਟਿੰਗ ਚੱਲ ਰਹੀ ਸੀ, ਉਹਦੇ ਵਿੱਚ ਤੁਸੀਂ ਬਾਈਕਾਟ ਕਿਉਂ ਕੀਤਾ? ਦੇਖੋ, ਆਲ ਪਾਰਟੀ ਮੀਟਿੰਗ ਜਿਹੜੀ ਆ ਉਹ ਅਸਲ ਦੇ ਵਿੱਚ ਜੇ ਗੰਭੀਰਤਾ ਦੇ ਨਾਲ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਹੋਵੇ ਤਾਂ ਅਸੀਂ ਉਹਨੂੰ ਜਿਹੜਾ ਚੰਗਾ ਸਟੈਪ ਕਿਹਾ ਜਾ ਸਕਦਾ। ਪਰ ਜੇਕਰ ਸਿਰ ਪੰਜਾਬ ਨੂੰ ਬੇਵਕੂਫ ਬਣਾਉਣ ਦੇ ਲਈ ਆਲ ਪਾਰਟੀ ਮੀਟਿੰਗ ਹੋਵੇ, ਉਹਦੇ 'ਚੋਂ ਫਿਰ ਵਾਕਆਊਟ ਕਰਨਾ ਇਸ ਕਰਕੇ ਵਾਜਬ ਹੈ ਕਿਉਂਕਿ ਜਦੋਂ ਪੰਜਾਬ ਨੂੰ ਹਾਈ ਪਾਵਰਡ ਕਮੇਟੀ ਦੇ ਵਿੱਚ ਮੈਂਬਰ ਲਿਆ ਗਿਆ ਜੁਲਾਈ 2019 ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਲੈਟਰ ਆ ਗਿਆ ਹਾਈ ਪਾਵਰ ਕਮੇਟੀ ਦੇ ਕੋਲੋਂ ਉਹਦੇ ਵਿੱਚ ਮੈਂਬਰ ਬਣਨ ਦਾ। ਆ ਮੇਰੇ ਕੋਲ ਡਾਕੂਮੈਂਟ ਨੇ, ਉਹਦੇ ਵਿੱਚ ਤਿੰਨੋਂ ਹੀ ਕਾਨੂੰਨ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਦੇ ਬਾਰੇ ਲਿਖ ਕੇ ਆ ਗਿਆ ਕਿ ਆਹ ਜਿਹੜੇ 3 ਕਾਨੂੰਨ ਹੈ ਉਹ ਬਣਾਣੇ ਨੇ। ਉਹਦੇ ਵਿੱਚ ਬਕਾਇਦਾ ਲਿਖ ਕੇ ਆ ਗਿਆ ਕਿ ਕਾਰਪੋਰੇਟ ਨੂੰ ਖੇਤੀਬਾੜੀ ਸੈਕਟਰ ਦੇ ਵਿੱਚ ਲੈ ਕੇ ਆਉਣਾ। ਜੇਕਰ ਕੈਪਟਨ ਅਮਰਿੰਦਰ ਸਿੰਘ ਜੀ ਬਾਕੀ ਗੰਭੀਰ ਸੀਗੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਉਸ ਵੇਲੇ ਉਹਨਾਂ ਨੇ ਆਲ ਪਾਰਟੀ ਮੀਟਿੰਗ ਕਿਉਂ ਨਹੀਂ ਬੁਲਾਈ ਕਿ ਆਹ ਦੇਖੋ, ਆਹ ਕੇਂਦਰ ਸਰਕਾਰ ਨੇ ਸਾਨੂੰ ਮੈਂਬਰ ਲਿਆ ਇਸ ਕਮੇਟੀ ਦੇ ਵਿੱਚ ਤੇ ਇਸ ਪਾਸੇ ਨੂੰ ਗੱਲ ਜਾ ਰਹੀ ਹੈ, ਆਹ ਜਿਹੜੇ ਕਾਰਪੋਰੇਟਸ ਨੂੰ ਲੈ ਕੇ ਆ ਰਹੇ ਨੇ ਮਾਰਕੀਟਿੰਗ ਦੇ ਵਿੱਚ, ਉਸ ਵੇਲੇ ਉਸ ਗੱਲ ਨੂੰ ਲੁਕੋ ਕੇ ਕਿਉਂ ਰੱਖਿਆ? ਉਸ ਤੋਂ ਬਾਅਦ ਉਸ ਵੇਲੇ ਪੰਜਾਬ ਦੀਆਂ ਜਥੇਬੰਦੀਆਂ ਦੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ? ਪਹਿਲਾਂ ਤੁਸੀਂ ਚੁੱਪ ਰਹਿ ਕੇ ਉਸ ਕਮੇਟੀ ਦੇ ਵਿੱਚ ਜਿਹੜਾ ਕੇਂਦਰ ਦਾ ਪੱਖ ਪੂਰ ਕੇ ਚੁੱਪ ਰਹਿ ਕੇ ਉਹ ਕਾਨੂੰਨ ਤੁਸੀਂ ਬਣਨ ਦਿੱਤੇ। ਫਿਰ ਤੁਸੀਂ ਦੁਬਾਰਾ ਆਲ ਪਾਰਟੀ ਮੀਟਿੰਗ ਬੁਲਾਈ ਜਿਹਦੇ ਫੈਸਲਾ ਹੋਇਆ ਕਿ ਜਿਹੜਾ ਆਲ ਪਾਰਟੀ ਵਫਦ ਹੈ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜਾ ਮਿਲਣ ਜਾਏਗਾ, ਉਹ ਅੱਜ ਤੱਕ ਮਿਲਣ ਨਹੀਂ ਗਿਆ। ਤੇ ਹੁਣ ਜਦੋਂ ਗੱਲ ਆਈ ਹੈ, ਇਹਨਾਂ ਨੂੰ ਬੇਨਤੀ ਕੀਤੀ ਗਈ ਪੰਜਾਬ ਸਰਕਾਰ ਨੂੰ ਕਿ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਿਹੜੀ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਬੀਜੇਪੀ ਦੇ ਗੁੰਡੇ ਕਿਸਾਨਾਂ ਦੇ ਉੱਪਰ ਗੁੰਡਾਗਰਦੀ ਕਰ ਰਹੇ ਨੇ, ਉਹਨਾਂ ਨੂੰ ਧੱਕੇ ਨਾਲ ਉੱਥੋਂ ਉਠਾਉਣ ਦੇ ਲਈ, ਸੰਘਰਸ਼ ਨੂੰ ਖਤਮ ਕਰਨ ਦੇ ਲਈ। ਤਾਂ
ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਕਹਿੰਦੇ ਅਸੀਂ ਕਿਸਾਨਾਂ ਦੀ ਸੁਰੱਖਿਆ ਨਹੀਂ ਕਰ ਸਕਦੇ। ਦੂਜੇ ਪਾਸੇ ਜਦੋਂ ਕਾਂਗਰਸ ਦੇ ਲੀਡਰ ਦਿੱਲੀ ਦੇ ਵਿੱਚ ਜਾਂਦੇ ਨੇ, ਉਹਨਾਂ ਦੇ ਨਾਲ ਕਿੰਨੇ ਗਨਮੈਨ ਨੇ, ਕਾਂਗਰਸ ਦੇ ਲੀਡਰ ਉਹੀ ਮੋਰਚਿਆਂ ਦੇ ਉੱਪਰ ਜਾਂਦੇ ਨੇ, ਉਹਨਾਂ ਦੇ ਨਾਲ ਕਿੰਨੇ ਗਨਮੈਨ ਹੁੰਦੇ ਨੇ, ਉਹਨਾਂ ਨੂੰ ਗਨਮੈਨ ਦਿੱਤੇ ਜਾ ਸਕਦੇ ਆ, ਕਿਉਂਕਿ ਜਿਹੜੇ VIPs ਨੇ। ਜਦੋਂ ਕਿਸਾਨਾਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ, ਉਸ ਵੇਲੇ ਜਿਹੜਾ ਸਰਕਾਰ ਦਾ ਕੋਰਾ ਜਵਾਬ ਹੈ। ਔਰ ਜਦੋਂ ਸਰਕਾਰ ਨੇ ਕਰਨਾ ਹੀ ਕੁਝ ਨਹੀਂ, ਸਿਰਫ ਤੇ ਸਿਰਫ ਕੇਂਦਰ ਸਰਕਾਰ ਦਾ ਪੱਖ ਪੂਰਨਾ, ਫਿਰ ਆਲ ਪਾਰਟੀ ਮੀਟਿੰਗ ਬੁਲਾ ਕੇ ਲੋਕਾਂ ਨੂੰ ਕਿਉਂ ਬੇਵਕੂਫ ਬਣਾਇਆ ਜਾ ਰਿਹਾ? ਮੇਰੇ ਕੋਲ ਸਮਾਂ ਘੱਟ ਹੈ। ਹਾਂਜੀ ਪ੍ਰੋਫੈਸਰ ਸਾਹਿਬ, ਤੁਸੀਂ ਕੁਝ ਐਡ ਕਰ ਰਹੇ ਸੀ? ਨਹੀਂ, ਬਿਲਕੁਲ ਇਹ ਗੱਲ ਠੀਕ ਹੈ ਇਹਨਾਂ ਦੀ, ਮੇਰਾ ਤੇ ਕੋਈ ਬਹੁਤਾ ਅਲੱਗ ਪੁਆਇੰਟ ਨਹੀਂ ਸੀਗਾ। ਮੇਰਾ ਇਹ ਕਹਿਣਾ ਸੀਗਾ ਕਿ ਇਹ ਕਹਿ ਰਿਹਾ ਕਿ ਸਾਨੂੰ ਦੱਸਿਆ ਨਹੀਂ। ਬਲਬੀਰ ਸਿੰਘ ਰਾਜੇਵਾਲ ਨੇ ਫਰਵਰੀ 'ਚ ਕਿਸਾਨ ਭਵਨ 'ਚ ਸੈਮੀਨਾਰ ਕਰਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੁਲਾਏ ਸੀ। ਚੀਮਾ ਸਾਹਿਬ ਵੀ ਆਏ ਸੀ, ਮਨਪ੍ਰੀਤ ਬਾਦਲ, ਗਰੇਵਾਲ, ਸਾਰੇ ਆਏ ਸੀ ਨਾ। ਉਹਦੇ ਵਿੱਚ ਫਰਵਰੀ 'ਚ ਹੋਇਆ ਸੀਗਾ। ਉਹਦੇ 'ਚ ਉਹਨਾਂ ਨੇ ਸਾਰੀ ਗੱਲ ਰੱਖੀ ਸੀ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਪਾਲਿਸੀ ਹੈਗੀ, ਇੰਜ ਕੀਤਾ ਜਾ ਰਿਹਾ, ਕੁਝ ਹੋ ਰਿਹਾ। ਕਾਂਗਰਸ ਕਿਉਂ ਕਰੂਗੀ? ਕਾਂਗਰਸ ਤੇ ਖੁਦ ਕਿਸੇ ਵੇਲੇ ਰਿਫਾਰਮ ਮਨਟੇਕ ਸਿੰਘ ਤੇ ਮਨਮੋਹਨ ਸਿੰਘ ਜਿਹੜੇ ਲੈ ਕੇ ਆਏ, ਮਨਟੇਕ ਸਿੰਘ ਆਹਲੂਵਾਲੀਆ, ਉਹ ਤੇ ਇਹਨੇ ਦੇ ਧਾਰਨੀ ਹੈਗੇ ਆ। ਉਹ ਤੇ ਹੁਣ ਰਾਜਨੀਤੀ ਹੋ ਰਹੀ ਹੈ, ਤੁਹਾਨੂੰ ਪਤਾ ਹੀ ਆ। ਉਹ ਕਦੇ ਲਿਬਰਲ ਏਜੰਡੇ ਤੋਂ, ਆਧਾਰਵਾਦੀ ਏਜੰਡੇ ਤੋਂ ਬਾਹਰ ਨਹੀਂ ਹੈ। ਉਹਨਾਂ ਨੂੰ ਇਹ ਲੱਗਾ ਹੋਊਗਾ ਕਿ ਚਲੋ ਯਾਰ ਅਸੀਂ ਕਰਨਾ ਸੀ, ਇਹਨਾਂ ਦੇ ਸਿਰ ਸਵਾਹ ਪਊਗੀ, ਕਰਨ ਦਿਓ ਇਹਨਾਂ ਨੂੰ, ਆਪੇ ਹੋਵੇਗਾ, ਅਸੀਂ ਰਾਜਨੀਤੀ ਕਰਾਂਗੇ। ਪਰ ਜੇ ਤੁਸੀਂ ਇਹ ਸਮਝਦੇ ਆ ਤੇ ਉਦੋਂ ਬਾਅਦ ਸਾਰੀਆਂ ਪਾਰਟੀਆਂ ਨੂੰ ਸਤਰਕ ਤੇ ਕੀਤਾ ਗਿਆ। ਘੰਟੀ ਫਰਵਰੀ 'ਚ ਵੱਜ ਗਈ ਸੀ। ਇਹ ਜਾ ਕੇ ਜੂਨ ਦੇ ਵਿੱਚ ਆਰਡੀਨੈਂਸ ਆਉਂਦੇ, ਉਦੋਂ ਕਿੰਨੇ ਕੀ ਕੀਤਾ? ਮੇਰੇ ਕੋਲ ਸਮਾਂ ਘੱਟ ਛੱਡਾ ਸਾਹਿਬ, ਮੈਂ ਜਲਦੀ ਜਾਂਦੇ ਸਵੈਤ ਸਾਹਿਬ ਤੋਂ ਇੱਕ ਜਵਾਬ ਲਵਾਂਗਾ, ਚੀਮਾ ਸਾਹਿਬ ਤੋਂ ਵੀ। ਸਵੈਤ ਸਾਹਿਬ, ਜਿਹੜੀ ਆਲ ਪਾਰਟੀ ਮੀਟਿੰਗ ਹੋਈ ਹੈ, ਕਿਉਂਕਿ ਮੁੱਦਾ ਮੈਂ ਚਾਹੁੰਦਾ ਕਿ ਕਿਸਾਨਾਂ ਤੋਂ ਆਪਾਂ ਨਿਰਲੇਪ ਨਾ ਰੱਖੀਏ, ਕਿਸਾਨੀ ਮੁੱਦਾ ਵੀ ਬੜਾ ਇੰਪੋਰਟੈਂਟ ਹੈਗਾ। ਇਹਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਤੁਸੀਂ ਜੇ ਗੱਲ ਹੀ ਸਿਰਫ ਕੇਂਦਰ ਸਰਕਾਰ ਦੀ ਕਰਨੀ ਹੈ ਤੇ ਆਲ ਪਾਰਟੀ ਮੀਟਿੰਗ ਦਾ ਕੋਈ ਫਾਇਦਾ ਹੀ ਨਹੀਂ ਹੈ। ਤੁਸੀਂ ਪੱਖ ਹੀ ਜੇਕਰ ਕੇਂਦਰ ਸਰਕਾਰ ਦਾ ਪੂਰਨਾ, ਤਾਂ ਸਿਰਫ ਇਹ ਪੰਜਾਬ ਨੂੰ ਬੇਵਕੂਫ ਬਣਾਉਣ ਦੀਆਂ ਮੀਟਿੰਗਾਂ ਨੇ। ਸਵਾਲ ਜਵਾਬ ਦੇਣ ਲਈ ਨਹੀਂ, ਦੇਖੋ ਸਭ ਤੋਂ ਵੱਡੀ ਘਾਟ ਪਤਾ ਕੀ ਹੈ ਜੀ ਆਮ ਆਦਮੀ ਪਾਰਟੀ ਦੇ ਵਿੱਚ? ਆਮ ਆਦਮੀ ਪਾਰਟੀ ਵਿੱਚ ਗੰਭੀਰਤਾ ਦੀ ਘਾਟ ਹੈਗੀ ਹੈ। ਇਹ ਗੰਭੀਰ ਨਹੀਂ, ਇਹ ਪੰਜਾਬ ਪ੍ਰਤੀ ਵੀ ਗੰਭੀਰ ਨਹੀਂ ਹੈਗੇ, ਸੁਰਤ ਨਹੀਂ ਹੈਗੇ, ਸਿਰਫ ਡਰਾਮੇਬਾਜ਼ੀ ਕਰਕੇ ਨਾ ਜੀ ਇਹ ਪੰਜਾਬ ਦੀ ਸਿਆਸਤ ਤੇ ਹਾਵੀ ਹੋਣਾ ਚਾਹੁੰਦੇ। ਹੋਰ ਕੋਈ ਗੱਲ ਨਹੀਂ ਹੈਗੀ। ਪਹਿਲਾਂ ਚਲੇ ਵੀ ਜਾਣਗੇ, ਫਿਰ ਬਾਈਕਾਟ ਵੀ ਕਰ ਦੇਣਗੇ, ਅੰਦਰ ਗੱਲ ਕੁਝ ਹੋਰ ਕਰਨਗੇ, ਬਾਹਰ ਗੱਲ ਕੁਝ ਹੋਰ ਕਰਨਗੇ ਆ ਕੇ। ਸੋ ਮੇਰੀ ਆਮ ਆਦਮੀ ਪਾਰਟੀ ਨੂੰ ਇੱਕੋ ਹੱਥ ਜੋੜ ਕੇ ਬੇਨਤੀ ਹੈਗੀ ਹੈ ਕਿ ਇਹ ਸਮਾਂ ਜਿਹੜਾ ਹੈਗਾ ਇਹ ਡਰਾਮੇਬਾਜ਼ੀ ਕਰਨ ਦਾ ਨਹੀਂ ਹੈਗਾ, ਗੰਭੀਰਤਾ ਦਾ ਸਮਾਂ ਹੈਗਾ। ਆਪਾਂ ਸਾਰੇ ਗੰਭੀਰ ਹੋ ਕੇ, ਇਲਜ਼ਾਮਬਾਜ਼ੀ ਛੱਡ ਕੇ, ਆਪਾਂ ਸਾਰੇ ਇਕੱਠੇ ਹੋ ਕੇ ਇਹ ਸੰਘਰਸ਼ ਦੇ ਵਿੱਚ ਆਪਣਾ ਜਿੰਨਾ ਵੱਧ ਤੋਂ ਵੱਧ ਯੋਗਦਾਨ ਹੋ ਸਕਦਾ ਹੈ ਉਹ ਆਪਾਂ ਪਾਈਏ ਤੇ ਯੋਗਦਾਨ ਪਾ ਕੇ ਆਪਾਂ ਇਸ ਸੰਘਰਸ਼ ਨੂੰ ਕਾਮਯਾਬ ਕਰੀਏ। ਚਲੋ ਇੱਕ ਆਖਰੀ ਸਟੇਟਮੈਂਟ, ਬਾਕੀ ਸਾਰੇ ਪਾਰਟੀਆਂ ਨਾਲ ਨੇ, ਦਲਜੀਤ ਸਿੰਘ ਚੀਮਾ ਪਾਰਟੀ ਕਿਉਂ ਲੱਗ ਜਾ ਰਹੀ? ਡਾਕਟਰ ਦਲਜੀਤ ਸਿੰਘ ਚੀਮਾ, ਤੁਸੀਂ ਪਾਰਟੀ ਦਾ ਹਿੱਸਾ ਸੀਗੇ, ਆਲ ਪਾਰਟੀ ਮੀਟਿੰਗ ਜਿਹੜੀ ਹੋਈ ਅੱਜ, ਉਸ ਮੀਟਿੰਗ ਦਾ ਤੁਸੀਂ ਹਿੱਸਾ ਸੀਗੇ। ਤੁਸੀਂ ਦੱਸੋ ਕਿ ਵਾਕਈ ਸੁਹਿਰਦਤਾ ਦੇ ਨਾਲ ਇਸ ਮੁੱਦੇ ਤੇ ਸੋਚਿਆ ਗਿਆ ਕਿ ਇਹ ਕਿਸਾਨੀ ਮੁੱਦਾ ਕਿਵੇਂ ਟੈਕਲ ਕਰਨਾ ਹੈ? ਦੇਖੋ ਗੱਲ ਇਹ ਹੈ ਕਿ ਬੜੀ ਗੰਭੀਰਤਾ ਦੇ ਨਾਲ 11 ਵਜੇ ਤੋਂ ਲੈ ਕੇ 2:30-3 ਵਜੇ ਤੱਕ ਗੱਲਬਾਤ ਹੋਈ ਹੈ। ਵੈਸੇ ਮੇਰੇ ਵਾਸਤੇ ਨਵੀਂ ਖਬਰ ਹੈ ਕਿ ਆਮ ਆਦਮੀ ਪਾਰਟੀ ਨੇ ਬਾਈਕਾਟ ਕੀਤਾ, ਕਿਉਂਕਿ ਭਗਵੰਤ ਮਾਨ ਜੀ ਵੀ ਬੋਲੇ ਸੀ, ਫਿਰ ਉਹਨਾਂ ਨੇ ਪਾਰਲੀਮੈਂਟ ਵਿੱਚ ਜਾਣਾ ਸੀ, ਉਹ ਸਾਰਿਆਂ ਨੂੰ ਇਨਫਾਰਮ ਕਰਕੇ ਗਏ ਕਿ ਮੈਂ ਫਲਾਈਟ ਹੈ ਮੇਰੀ, ਉਹ ਬੋਲ ਕੇ ਚਲੇ ਗਏ। ਹਰਪਾਲ ਸਿੰਘ ਚੀਮਾ ਵੀ ਬੋਲੇ, ਅਮਨ ਅਰੋੜਾ ਜੀ ਵੀ ਬੋਲੇ, ਔਰ 2:30 ਵਜੇ ਤੱਕ ਸਾਰੇ ਉੱਥੇ ਹਾਜ਼ਰ ਸੀ। ਇਸ ਕਰਕੇ ਤਾਂ ਮੈਨੂੰ ਬਾਹਰ ਆ ਕੇ ਮੀਟਿੰਗ ਤੋਂ ਪਤਾ ਲੱਗਿਆ ਕਿ ਉਹਨਾਂ ਦਾ ਬਾਈਕਾਟ ਹੈ। ਅਦਰਵਾਈਜ਼ ਰੈਜ਼ੋਲੂਸ਼ਨ ਪਾਸ ਹੋਣ ਤੱਕ ਸਾਰੇ ਉੱਥੇ ਲਗਾਤਾਰ ਪੂਰੇ ਸਾਰੇ ਘੰਟੇ ਸਾਰੇ ਬੈਠੇ ਆ, ਸਾਰੇ ਬੋਲੇ ਆ। ਇੱਕ ਗੱਲ ਇਹਨਾਂ ਨੇ ਰੇਜ਼ ਕੀਤਾ ਸੀ ਪੁਆਇੰਟ ਕਿ ਆਪਣੀ ਪੰਜਾਬ ਦੀ ਫੋਰਸ ਦਿੱਲੀ ਲਾਤੀ ਜਾਵੇ ਜੀ। ਉਹ ਮੁੱਖ ਮੰਤਰੀ ਸਾਹਿਬ ਨੇ ਉੱਥੇ ਜਵਾਬ ਦਿੱਤਾ ਸੀ ਕਿ ਜੇ ਕੱਲ ਨੂੰ ਇੱਥੇ ਕੋਈ ਹਿਮਾਚਲ ਦਾ ਝਗੜਾ ਪੈ ਜਾਏ ਤੇ ਹਿਮਾਚਲ ਦੀ ਪੁਲਿਸ ਆ ਕੇ ਇੱਥੇ ਬਹਿ ਜਾਵੇ ਤੇ ਤੁਸੀਂ ਬਰਦਾਸ਼ਤ ਕਰੋਗੇ? ਵੀ ਫੈਡਰਲਿਜ਼ਮ ਦੇ ਵਿੱਚ ਇੱਕ ਸਟੇਟ ਦੀ ਜਿਹੜੀ ਪੁਲਿਸ ਹੈ ਉਹ ਦੂਜੀਆਂ ਸਟੇਟਾਂ 'ਚ ਜਾ ਕੇ ਨਹੀਂ ਕੰਮ ਕਰ ਸਕਦੀ, 72 ਘੰਟੇ ਤੋਂ ਉੱਥੇ ਦੀ ਫੋਰਸ ਨੂੰ ਹੀ ਕੰਮ ਕਰਨਾ ਪੈਂਦਾ। ਇਹ ਗੱਲ ਜਿਹੜੀ ਹੈ ਸਾਰੀਆਂ ਪਾਰਟੀਆਂ ਨੇ ਐਕਸੈਪਟ ਵੀ ਕੀਤੀ ਸੀ ਕਿ ਇਹ ਤਾਂ ਵਾਜਬ ਗੱਲ ਹੈ। ਬਾਕੀ ਜਿਹੜੇ ਸਾਰੀਆਂ ਚੀਜ਼ਾਂ ਸੀਗੀਆਂ ਉਹ ਸਾਰਿਆਂ ਦੇ ਉੱਤੇ ਸਾਰਿਆਂ ਦੀ ਸਹਿਮਤੀ ਸੀ। ਜਿਹੜੀਆਂ ਚੀਜ਼ਾਂ ਰੈਜ਼ੋਲੂਸ਼ਨ ਦੇ ਵਿੱਚ ਐਡ ਕਰਾਉਣ ਵਾਲੀਆਂ ਸੀ ਉਹ ਅਸੀਂ ਐਡ ਵੀ ਕਰਾਈਆਂ ਕਿ ਜਿਹੜੇ ਸ਼ਹੀਦ ਹੋਏ ਆ, ਅਸੀਂ ਇਹ ਪੁਆਇੰਟ ਰੇਜ਼ ਕੀਤਾ ਸੀ ਕਿ ਜਿਹੜੇ ਕਿਸਾਨ ਘੱਟੋ ਘੱਟ ਅੰਦੋਲਨ 'ਚ ਸ਼ਹੀਦ ਹੋਏ ਆ, ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਦਾ ਘੱਟੋ ਘੱਟ ਕਰਜ਼ਾ ਮਾਫ ਕਰ ਦਿਓ, ਕਿਉਂਕਿ ਤੁਹਾਡੀ ਕਰਜ਼ਾ ਮਾਫੀ ਦੀ ਸਕੀਮ ਤਾਂ ਸਾਰਿਆਂ ਵਾਸਤੇ ਸੀ, ਪਰ ਉਹਨਾਂ ਦਾ ਕਰਾ ਦਿਓ। ਉਹ ਚੀਜ਼ਾਂ ਅਸੀਂ ਉੱਥੇ ਐਡ ਕਰਾਈਆਂ ਸੀ, ਉਹ ਕੀਤੀਆਂ। ਜਿਹੜੀਆਂ ਦਿੱਲੀ ਦੇ ਵਿੱਚ ਘਟਨਾਵਾਂ ਹੋਈਆਂ, ਕਿਸਾਨਾਂ ਦੇ ਉੱਤੇ ਅਟੈਕ ਹੋਏ, ਉਹ ਅਸੀਂ ਬੜੀ ਚੰਗੀ ਤਰ੍ਹਾਂ ਰੇਜ਼ ਕੀਤਾ ਕਿ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਨਫ਼ਰਤ ਫੈਲਾਉਣ ਵਾਸਤੇ, ਲੋਕਾਂ ਨੂੰ ਆਪਸ 'ਚ ਲੜਾਉਣ ਵਾਸਤੇ ਗੁੰਡਾ ਅਨਸਰ ਕਿਵੇਂ ਜਾ ਕੇ ਕਿਸਾਨਾਂ ਦੇ ਉੱਤੇ ਅਟੈਕ ਕਰਦੇ ਸੀ, ਇਹਦੀ ਇਨਕੁਆਇਰੀ ਦੀ ਅਸੀਂ ਕਿਹਾ ਸੀ ਕਿ ਮੰਗ ਕੀਤੀ ਜਾਣੀ ਚਾਹੀਦੀ ਹੈ। ਇਸ ਕਰਕੇ ਸਾਰੀਆਂ ਕਿਸਾਨਾਂ ਦੇ ਸਾਰੇ ਬਿੱਲ ਜਿਹੜੇ ਆ ਮੰਗਾਂ ਪੂਰੀਆਂ ਹੋਣ। ਪ੍ਰਾਈਮ ਮਿਨਿਸਟਰ ਨੂੰ ਸਾਂਝਾ ਜਿਹੜਾ ਡੈਲੀਗੇਸ਼ਨ ਜਾਏਗਾ, ਇਹ ਸਰਬਸੰਮਤੀ ਨਾਲ ਉੱਥੇ ਮੀਟਿੰਗ 'ਚ ਪਾਸ ਹੋਇਆ ਕਿ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਭਾਵੇਂ ਪਿਛਲੀ ਵਾਰੀ ਉਹਨਾਂ ਨੇ ਕਿਹਾ ਕਿ ਟਾਈਮ ਨਹੀਂ ਮਿਲਿਆ, ਕਿ ਫਿਰ ਟਾਈਮ ਮੰਗੋ, ਪ੍ਰਾਈਮ ਮਿਨਿਸਟਰ ਤੋਂ ਮੰਗੋ, ਪ੍ਰੈਜ਼ੀਡੈਂਟ ਤੋਂ ਮੰਗੋ,
ਸਾਰੀਆਂ ਪਾਰਟੀਆਂ ਦਾ ਵਫਦ ਮਿਲਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਤਾਂ ਅਸੀਂ ਚਲੋ ਉੱਥੇ ਕਰਕੇ ਆਏ। ਠੀਕ ਹੈ ਠੀਕ ਹੈ। ਰਾਦਰ ਚੰਡੀਗੜ੍ਹ ਦਾ ਮੁੱਦਾ ਵੀ ਉੱਥੇ ਅਸੀਂ ਉਠਾਇਆ ਕਿ ਉੱਥੇ ਬਿਜਲੀ ਪ੍ਰਾਈਵੇਟਾਈਜ਼ ਕੀਤੀ ਜਾ ਰਹੀ ਹੈ ਤੇ ਇਹ ਸਾਡੀ ਰਾਜਧਾਨੀ ਹੈ, ਇਹ ਕੋਈ ਪਰਮਾਨੈਂਟ ਯੂਟੀ ਨਹੀਂ ਹੈ। ਬਿਲਕੁਲ ਇਸ ਕਰਕੇ ਉੱਥੇ ਵੀ ਦਖਲਅੰਦਾਜ਼ੀ ਕੀਤੀ ਜਾਵੇ। ਠੀਕ ਹੈ ਠੀਕ ਹੈ, ਬੜੇ ਮੇਰੇ ਕੋਲ ਸਮਾਂ ਘੱਟ ਹੈ ਚੱਡਾ ਸਾਹਿਬ, ਵਾਸਤੇ ਵਿੱਚ ਅੱਗੇ ਸਾਰੀਆਂ ਓਵਰ ਹੋ ਗੱਲਾਂ ਗਿਆ। ਹੋਈਆਂ। ਠੀਕ ਹੈ ਚੀਮਾ ਸਾਹਿਬ, ਬਹੁਤ ਬਹੁਤ ਸਾਰੀਆਂ ਧੰਨਵਾਦ, participate ਬਹੁਤ ਬਹੁਤ ਕੀਤਾ। ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਜੁੜੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਸਥਾਨਕ ਚੋਣਾਂ ਜਿਹੜੀਆਂ ਨੇ ਉਹ ਸੁੱਖੀ ਸਾਂਦੀ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਸਾਡਾ ਧਿਆਨ, ਸਾਡਾ ਫੋਕਸ ਹੈ ਜਿਹੜਾ ਉਹ ਸਾਰਾ ਉੱਧਰ ਲੱਗਿਆ ਹੋਇਆ ਹੈ। ਸਾਡੀ ਵੱਡੀ ਜੰਗ ਜਿਹੜੀ ਹੈ ਉਹ ਵਾਲੀ ਹੈਗੀ ਹੈ ਕਿਸਾਨੀ ਸੰਘਰਸ਼, ਕਿਸਾਨੀ ਅੰਦੋਲਨ ਹੈ। ਜੇ ਉਸ ਦੌਰਾਨ ਵੀ ਅਸੀਂ ਅਜਿਹੀਆਂ ਚੋਣਾਂ ਹੋ ਰਹੀਆਂ ਨੇ, ਘੱਟੋ ਘੱਟ ਵੈਸੇ ਤਾਂ ਸਾਰੇ ਸਹਿਮਤੀ ਇਹ ਪ੍ਰਗਟਾ ਰਹੇ ਨੇ ਕਿ ਇਹ ਚੋਣਾਂ ਦਾ ਸਮਾਂ ਨਹੀਂ ਹੈ। ਜੇ ਚੋਣਾਂ ਹੋ ਵੀ ਰਹੀਆਂ ਨੇ ਤੇ ਸੁੱਖ ਸਾਂਦੀ ਨਿਬੜਨ ਤਾਂ ਬਿਹਤਰ ਰਹੇਗਾ। ਘੱਟੋ ਘੱਟ ਜਿਹੜੇ ਲੋਕ ਉੱਥੇ ਬੈਠੇ ਨੇ ਉਹ ਇੱਥੇ ਵਾਪਸ ਨਾ ਆਣ ਜਾਂ ਉਹਨਾਂ ਦਾ ਧਿਆਨ ਨਾ ਲੱਗੇ, ਇਹ ਜ਼ਰੂਰ ਇਨਸ਼ੋਰ ਕਰ ਲੈਣਾ ਚਾਹੀਦਾ। ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਸਰਕਾਰ ਦੀ ਹੈਗੀ ਹੈ, ਕਿਉਂਕਿ ਜੋ ਹਾਲਾਤ ਅੱਜ ਬਣੇ ਨੇ ਦੁਬਾਰਾ ਜੇ ਹਾਲਾਤ ਨਾ ਬਣਨ, ਇਸ ਦੇ ਲਈ ਸਖਤ ਕਾਰਵਾਈ ਕਰਨੀ ਪਏਗੀ ਸਰਕਾਰ ਨੂੰ, ਨਹੀਂ ਤਾਂ ਹਾਲਾਤ ਹੋਰ ਮਾੜੇ ਹੋ ਸਕਦੇ ਨੇ ਪੰਜਾਬ ਦੇ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।